खुशामदीद, तुसी वेख रहे हो गल्लां ते गीत। 15 अगस्त इसे साल सन 2021 ਦੇ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਲਾਲ ਕਿਲੇ ਦੀ ਪ੍ਰਾਚੀਰ ਤੋਂ ਇਹ ਅਨਾਉਂਸਮੈਂਟ ਕੀਤੀ ਸੀ ਕਿ ਅਸੀਂ ਪੂਰਾ ਵਰਾ ਸਮਰਪਿਤ ਕਰਨਾ ਹੈ ਆਜ਼ਾਦੀ ਦੇ ਕੁਲਾਟੀਆਂ ਨੂੰ, ਸੈਨਾਨੀਆਂ ਨੂੰ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਤੇ ਅਸੀਂ ਮਨਾ ਰਹੇ ਹਾਂ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਪੂਰਾ 1 ਸਾਲ ਯਾਨੀ ਕਿ 2022 ਦੇ ਅਗਸਤ ਮਹੀਨੇ ਤੱਕ। ਤੇ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ कैप्टन लक्ष्मी सहगल जी बारे जो आज़ाद हिंद फौज दे विच कैप्टन के अहुदे ते सी। बाद विच उन्होंने करनल का अहुदा भी मिलिया पर वो कैप्टन के नाँ से इन्ने मशहूर सी कि उन्होंने अज तक भी कैप्टन लक्ष्मी सहगल ही कहा जाता है। तो अज असी उन्हों की जीवन यात्रा करांगे अपने माहिर मेहमान के नाल डॉक्टर अनूप वत्स जी जो कि प्रिंसीपल ने DAV कॉलेज नकोदर तो। सर वेलकम टू द शो, थोड़ा बहुत बहुत स्वागत करते हैं इस शो दे विच। शुक्रिया जी। सो जो तुसी सानू अज कहानी सुनान जा रहे हो ना जी, ये साढ़े संस्कारां च है। सानू बचपन तो दादियां नानियां तो कहानी सुनने को मिलती सी, अज तुसी वही रोल प्ले करोगे जी दादियां नानियां वाला। सो एक सब नू करना भी चाहिए है जिन्होंने आज़ादी दे इन्हां कुलाटियां बारे जिन्ना भी पता है, क्योंकि इन्हां कहानियां दे जरिए ही संस्कार साढ़े तक पहुँचते हैं। तो अज असी कैप्टन लक्ष्मी सहगल जी की कहानी सुनांगे थोड़े तो। हुण तुसी वो दसो शुरुआत कित्थों करिए? मैं सोचना कि उन्होंने जीवन यात्रा के निचोड़ तो करिए कि आप रिवर्स चलीए जिद्दां जिवें तुहानूं चंगा लगदा। क्लाइमैक्स तो पूरी फिल्म चलाउने मेरा ख्याल है वो ज़्यादा बेहतर तरीका है, क्योंकि जिस शख्सियत के बारे गल करनी है उहदा जिहड़ा जिंदगी दी फलसफा है और संदेश है जी जे उहनूं असीं प्रोग्राम के शुरू च शामिल कर लईए तो फिर उस संदेश नूं और उस फलसफे नूं उहने किवें सार्थक कीता उहदे बारे हौली हौली छोटी मोटी खट्टी मिठी गल्लां बिल्कुल ठीक है जी। फिर क्लाइमैक्स तो शुरू करके पूरी फिल्म वाल आउने आप। जी 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 जिवें तुसीं कहा कि पूरा वरा जिहड़ा है इस आज़ादी अमृत महोत्सव के श्रृंखला के वजों उन्हां आज़ादी के गुलाटियां नूं नमन करना है जिन्हां ने आज़ादी नूं सार्थक बनाया और संभव बनाया और यकीनी बनाया। ਉਹਦੇ 'ਚ बहुत सारे नाम ने और हर बार ਤੁਸੀਂ ਆਪਣੇ ਅੱਡ-ਅੱਡ ਪ੍ਰੋਗਰਾਮਾਂ ਦੇ ਰਾਹੀਂ ਅਲੱਗ-ਅਲੱਗ ਆਜ਼ਾਦੀ ਦੇ ਗੁਲਾਟੀਆਂ ਨੂੰ ਸ਼ਰਧਾਂਜਲੀ ਦੇ ਰਹੇ ਹੋ, ਯਾਦ ਕਰ ਰਹੇ ਹੋ ਔਰ ਜਿਹੜੀ ਸਾਡੀ ਮੌਜੂਦਾ युवा पीढ़ी है ਉਹਦੇ ਨਾਲ ਉਹਨੂੰ ਅਵਗਤ ਕਰਾ ਰਹੇ ਹੋ। ਲੇਕਿਨ ਉਹਨਾਂ ਦੇ ਬਹੁਤ ਜਿਹੜੇ ਪ੍ਰੋਮੀਨੈਂਟ ਨਾਮ ਨੇ, ਜਿਹੜੇ ਬਹੁਤ ऐसे नाम ਜਿਹੜੇ कि बार-बार जहन ਵਿੱਚ ਆਉਂਦੇ ਨੇ ਔਰ ਜਿਨ੍ਹਾਂ ਦਾ ਇੱਕ ਰੋਲ ਇੱਕ ਵੱਖਰੀ ਕਿਸਮ ਦਾ ਯੋਗਦਾਨ ਦੇ ਕਾਰਨ ਹੈ। ਉਹਦੇ ਵਿੱਚ ਅੱਜ ਦਾ ਜਿਹੜਾ ਅਸੀਂ ਚੁਣਿਆ ਹੈ ਸਿਰਲੇਖ ਲక్ష్ਮੀ ਸਹਿਗਲ ਜੀ ਦਾ, ਉਹ ਨਾਮ ਬਹੁਤ ਪ੍ਰੋਮੀਨੈਂਟ ਹੈ ਅੱਜ ਦੇਸ਼ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ। ਗੱਲ ਚੱਲ ਰਹੀ ਹੈ ਬਰਾਬਰਤਾ ਦੀ, ਵੂਮਨ ਐਮੈਂਸੀਪੇਸ਼ਨ ਦੀ ਗੱਲ ਚੱਲ ਰਹੀ ਹੈ, ਵੂਮਨ ਲੀਡਰਸ਼ਿਪ ਦੀ ਗੱਲ ਚੱਲ ਰਹੀ ਹੈ, ਵੂਮਨ ਨੂੰ ਹਰ ਪਾਸੇ ਜਿਹੜੀ ਹੈ ਸਮਰਸਤਾ ਦੀ ਗੱਲ ਚੱਲ ਰਹੀ ਹੈ। ਆਜ਼ਾਦ ਭਾਰਤ ਦੇ ਇਤਿਹਾਸ ਦੇ ਵਿੱਚ ਇਹ ਸਿਲਸਿਲਾ ਜਦ ਸ਼ੁਰੂ ਹੋਇਆ ਉਹਦੀ ਜਿਹੜੀ ਨੀਂਵ ਹੈ ਉਹ ਜਿਹੜੀਆਂ ਔਰਤਾਂ ਨੇ ਪਾਈਆਂ, ਲక్ష్ਮੀ ਸਹਿਗਲ ਜੀ ਦਾ ਨਾਮ ਉਹਦੇ ਵਿੱਚ ਹੈ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹਨਾਂ ਦਾ ਜ਼ਿਕਰ ਕਰਨਾ ਬਹੁਤ ਹੀ ਜ਼ਰੂਰੀ ਹੈ। ਅੱਜ ਦੀ ਮੌਜੂਦਾ ਪੀੜ੍ਹੀ ਨੂੰ ਇਹਨਾਂ ਦੇ ਦਰਸ਼ਨ ਕਰਵਾਉਣੇ ਬਹੁਤ ਜ਼ਰੂਰੀ ਹੈ। ਸੰਦੇਸ਼, ਫਲਸਫਾ ਔਰ ਜੀਵਨ ਕਿਵੇਂ ਜੀਆ, ਜੇ ਔਕੜਾਂ ਸਹੀ ਆ ਉਹਨਾਂ ਔਕੜਾਂ ਦੇ ਬਾਵਜੂਦ ਕਿਵੇਂ ਆਜ਼ਾਦੀ ਦੇ ਵਿੱਚ ਆਪਣਾ ਫੈਸਲਾ ਕੁਨ ਭੂਮਿਕਾ ਨਿਭਾਈ, ਉਹ ਜ਼ਰੂਰੀ ਹੈ। ਮੈਂ ਇਸ ਗੱਲ ਕਰਕੇ ਇਸ ਪ੍ਰੋਗਰਾਮ ਦੇ ਰਾਹੀਂ ਜਿੱਥੇ ਉਹਨਾਂ ਨੂੰ ਆਪਣੇ ਸ਼ਰਧਾ ਸੁਮਨ ਵੀ ਭੇਟ ਕਰਦਾ ਔਰ ਇਹ ਆਸ ਕਰਾਂਗਾ ਕਿ ਇਸ ਪ੍ਰੋਗਰਾਮ ਦੇ ਬਾਅਦ ਅੱਜ ਦੀ ਜਿਹੜੀ ਯੁਵਾ ਪੀੜ੍ਹੀ ਹੈ ਉਹਨਾਂ ਤੋਂ ਕੁਝ ਸੇਧ ਲਊਗੀ। ਕਿਉਂਕਿ ਅੱਜ ਤੁਸੀਂ ਕਿਹਾ ਕਿ ਕੈਪਟਨ ਸੀ, ਕਰਨਲ ਵੀ ਸੀਗੇ, ਲੇਕਿਨ ਤੁਸੀਂ ਦੇਖੋ ਆਜ਼ਾਦ ਭਾਰਤ ਦੇ ਵਿੱਚ ਔਰਤਾਂ ਦੀ ਮਿਲਟਰੀ ਦੇ ਵਿੱਚ ਐਂਟਰੀ ਨੂੰ ਕਿੰਨੇ ਸਾਲ ਲੱਗ ਗਏ ਆਜ਼ਾਦ ਭਾਰਤ ਦੇ ਵਿੱਚ ਵੀ। ਔਰ ਉਹ ਆਜ਼ਾਦ ਭਾਰਤ ਤੋਂ ਪਹਿਲਾਂ ਜਦ ਆਜ਼ਾਦ ਨਹੀਂ ਸੀ ਉਸ ਟਾਈਮ ਜਿਹੜੀ ਇੱਕ ਫੌਜ ਬਣੀ ਆਜ਼ਾਦ ਹਿੰਦ ਫੌਜ ਜਿਹਦਾ ਨਾਮ ਰੱਖਿਆ ਗਿਆ, ਉਹਦੇ ਵਿੱਚ ਉਹਨਾਂ ਨੇ ਉਸ ਟਾਈਮ ਕਰਨਲ ਦੀ ਔਰ ਕੈਪਟਨ ਦੀ ਭੂਮਿਕਾ ਨਿਭਾਈ। ਤਾਂ ਬਹੁਤ ਵੱਡਾ ਉਹਨਾਂ ਦਾ ਰੋਲ ਹੈ ਔਰ ਸਧਾਰਨ ਪਰਿਵਾਰ 'ਚੋਂ ਜੰਮ ਕੇ ਭਾਰਤ ਦੀ ਆਜ਼ਾਦੀ ਵਿੱਚ ਔਰ ਆਜ਼ਾਦੀ ਤੋਂ ਬਾਅਦ ਆਜ਼ਾਦ ਭਾਰਤ ਦੇ ਵਿੱਚ ਜੋ ਰੋਲ ਅਦਾ ਕੀਤਾ ਹੈ ਉਹ ਕਾਬਿਲੇ ਤਾਰੀਫ ਹੈ। ਉਹਨਾਂ ਦੇ ਬਹੁਤ ਸਾਰੇ ਫਲਸਫੇ ਹੈ। ਮੈਂ ਪ੍ਰੋਗਰਾਮ ਦੇ ਵਿੱਚ ਆਪਾਂ ਥੋੜ੍ਹੇ ਅੰਤਰਾਲ ਤੋਂ ਬਾਅਦ ਉਹਦੇ ਗੱਲ ਕਰਦਾ ਰਹਾਂਗੇ। ਅਤੇ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਦੀ ਸ਼ਖਸੀਅਤ ਇਹ ਸਾਬਿਤ ਕਰਦੀ ਹੈ ਕਿ ਸਧਾਰਨ ਪਰਿਵਾਰ ਦੇ ਵਿੱਚ ਰਹਿ ਕੇ, ਔਕੜਾਂ ਸਹਿ ਕੇ ਵੀ, ਵਿਦੇਸ਼ੀ ਧਰਤੀ 'ਤੇ ਰਹਿ ਕੇ ਵੀ ਜੇ ਜਿੱਦ, ਜਜ਼ਬਾ, ਜਨੂਨ, ਜੋਸ਼ ਹੈ ਅਤੇ ਅਸੀਂ ਕੋਈ ਵੀ ਟੀਚਾ ਮਿੱਥ ਲਈਏ ਉਹਨੂੰ ਅਚੀਵ ਕਰਨਾ ਕੋਈ ਸਾਡੇ ਵਾਸਤੇ ਮੁਸ਼ਕਿਲ ਨਹੀਂ ਹੈ। ਸੋ ਇਹ ਹੈ ਉਹਨਾਂ ਦੀ ਲਾਈਫ ਦਾ ਨਿਚੋੜ ਜੀ। ਤਾਂ ਹੁਣ ਫਿਲਮ ਸਟਾਰਟ ਕਰਦੇ ਹਾਂ ਅਸੀਂ ਉਹਨਾਂ ਦੀ ਜ਼ਿੰਦਗੀ ਦੀ। ਤਾਂ ਜਨਮ ਤੋਂ ਲੈਂਦੇ ਹਾਂ। ਜੀ 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 ਜਨਮ ਬਹੁਤ ਸਧਾਰਨ ਪਰਿਵਾਰ 'ਚ ਹੋਇਆ 24 ਅਕਤੂਬਰ ਨੂੰ ਔਰ 1914। ਇਹ ਗੱਲ ਮੈਂ ਇੱਥੇ ਦੁਹਰਾਉਣਾ ਚਾਹੁੰਦਾ ਕਿ ਇਹਨਾਂ ਦੀ ਜ਼ਿੰਦਗੀ ਦੇ ਜਿਹੜੇ ਸਾਲ ਨੇ ਜਾਂ ਜਿਹੜੇ ਇੰਪੋਰਟੈਂਟ ਈਅਰਸ ਨੇ ਇਹਨਾਂ ਦੀ ਜ਼ਿੰਦਗੀ ਦੇ, ਉਹ
ਹਿੰਦੁਸਤਾਨ ਦੀ ਤਾਰੀਖ ਔਰ ਦੁਨੀਆ ਦੀ ਤਾਰੀਖ ਦੇ ਵਿੱਚ ਨਾਲ ਕੋਰਸਪੌਂਡ ਕਰਦੇ ਨੇ। 1914 ਵਿੱਚ ਫਰਸਟ ਵਰਲਡ ਵਾਰ ਹੋਇਆ ਤੇ 1914 ਦੇ ਵਿੱਚ ਹੀ ਇਹਨਾਂ ਦਾ ਜਨਮ ਹੁੰਦਾ ਹੈ। 24 ਅਕਤੂਬਰ ਦਾ ਦਿਹਾੜਾ ਹੈ। 24 ਅਕਤੂਬਰ ਅੱਜ ਵੀ ਦੁਨੀਆ ਦੇ ਵਿੱਚ ਬਤੌਰ ਅਸੀਂ ਦੇਖਦੇ ਹਾਂ UN ਦਾ ਡੈਡੀਕੇਟਿਡ ਈਅਰ ਹੈ। ਤੇ ਇਹ ਕਹਿੰਦੇ ਨੇ ਕਿ ਹੋਣਹਾਰ ਬਿਰਵਾਨ ਕੇ ਹੋਤ ਚੀਕਨੇ ਪਾਤ, ਤੇ ਕਿਤੇ ਨਾ ਕਿਤੇ ਉਹ ਸਿੰਕਰੋਨਾਈਜੇਸ਼ਨ ਇਹਨਾਂ ਦੀ ਜ਼ਿੰਦਗੀ 'ਚ ਦੇਖਣ ਨੂੰ ਮਿਲਦੀ ਹੈ। ਬਹੁਤ ਇੱਕ ਤਮਿਲ ਪਰਿਵਾਰ ਦੇ ਵਿੱਚ ਜਨਮ ਹੋਇਆ। ਫਾਦਰ ਜਿਹੜੇ ਵਕੀਲ ਸੀ, ਨਾਮੀ ਵਕੀਲ ਸੀਗੇ, ਕ੍ਰਿਮੀਨਲ ਵਕੀਲ, ਔਰ ਮਦਰ ਜਿਹੜੀ ਸੀ ਇਹਨਾਂ ਦੀ ਮਾਤਾ ਜੀ, ਉਹ ਬਹੁਤ ਇੱਕ ਸੋਸ਼ਲ ਐਕਟਿਵਿਸਟ ਸੀ ਔਰ ਬਹੁਤ ਧਰਮ ਕਰਮ ਵਾਲੀ ਲੇਡੀ ਸੀ, ਔਰ ਲੇਕਿਨ ਸੋਸ਼ਲ ਐਕਟਿਵਿਸਟ ਸੀ, ਨੈਸ਼ਨਲਿਸਟ ਸੀ, ਰਾਸ਼ਟਰਵਾਦੀ ਸੀ, ਸਮਾਜਵਾਦੀ ਸੀ, ਦੂਸਰਿਆਂ ਦੇ ਦੁੱਖ ਦਰਦ ਦੇ ਪ੍ਰਤੀ ਸਚੇਤ ਸੀ। ਇਸ ਬੈਕਗਰਾਊਂਡ ਦੇ ਵਿੱਚ ਲక్ష్ਮੀ ਜੀ ਦਾ ਜਨਮ ਹੋਇਆ ਔਰ ਲక్ష్ਮੀ ਸਵਾਮੀਨਾਥਨ ਸੀ, ਕਿਉਂਕਿ ਇਹਨਾਂ ਦਾ ਜਿਹੜਾ ਗੋਤਰ ਸਵਾਮੀਨਾਥਨ ਸੀਗਾ ਔਰ ਇਹਨਾਂ ਦੀ ਮਦਰ ਦਾ ਨਾਮ ਅੰਮੂ ਸੀਗਾ ਔਰ ਫਾਦਰ ਇੱਕ ਨਾਮੀ ਵਕੀਲ ਸੀਗੇ। ਘਰ ਦੇ ਵਿੱਚ ਅਕਸਰ ਇਸ ਤਰ੍ਹਾਂ ਦਾ ਇੱਕ ਚਰਚਾ ਦਾ ਮਾਹੌਲ ਰਹਿੰਦਾ ਸੀ ਕਿ ਦੇਸ਼ ਨੂੰ ਆਜ਼ਾਦ ਕਿਵੇਂ ਕਰਾਉਣਾ ਹੈ, ਆਜ਼ਾਦੀ ਦੇ ਕੀ ਮਾਇਨੇ ਹੁੰਦੇ ਨੇ, ਜੇ ਦੇਸ਼ ਆਜ਼ਾਦ ਹੋਊਗਾ ਤੇ ਕਿਸ ਕਿਸਮ ਦਾ ਮਾਹੌਲ ਦੇਸ਼ ਦੇ ਵਿੱਚ ਹੋਊਗਾ, ਉਹ ਸਾਰੀਆਂ ਗੱਲਾਂ ਅਕਸਰ ਚੱਲਦੇ ਰਹੇ। ਔਰ ਕਿਉਂ ਪੜ੍ਹਿਆ ਲਿਖਿਆ ਪਰਿਵਾਰ ਸੀਗਾ, ਇਸ ਤਰ੍ਹਾਂ ਦੇ ਲੋਕ ਜਿਹੜੇ ਉਸ ਸਮੇਂ ਜਿਹੜੇ ਆਜ਼ਾਦੀ ਦੀ ਮੁਹਿੰਮ ਦੇ ਨਾਲ ਕਿਸੇ ਤਰੀਕੇ ਨਾਲ ਸਿੱਧੇ ਅਸਿੱਧੇ ਜੁੜੇ ਸੀ, ਉਹਨਾਂ ਦਾ ਘਰਾਂ ਦੇ ਵਿੱਚ ਆਉਣਾ ਜਾਣਾ ਸੀਗਾ। ਇਸ ਕਰਕੇ ਲక్ష్ਮੀ ਬਾਈ ਜੀ ਦਾ ਜਨਮ ਜਿਹੜਾ ਹੈਗਾ ਉਸ ਪਰਿਵਾਰ ਉਸ ਹਾਲਾਤਾਂ ਦੇ ਵਿੱਚ ਹੋਇਆ ਔਰ ਉਸ ਹਾਲਾਤਾਂ ਨੇ ਹੀ ਆਉਣ ਵਾਲੇ ਜਿਹੜਾ ਇਹਨਾਂ ਦਾ ਜੀਵਨ ਸੀਗਾ ਉਹਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਜੀ। ਘਰ ਦਾ ਮਾਹੌਲ ਜੀ ਔਰ ਵਿਸ਼ਵ ਦਾ ਮਾਹੌਲ, ਪੂਰੀ ਦੁਨੀਆ ਦਾ ਮਾਹੌਲ, ਕਿਉਂਕਿ ਅੰਗਰੇਜ਼ਾਂ ਦਾ ਸ਼ਾਸਨ ਹੈ ਜੀ, ਤਾਂ ਫਸਟ ਵਰਲਡ ਵਾਰ ਦੇ ਸਾਰੇ ਆਸਾਰ ਬਣੇ ਹੋਏ ਨੇ। ਸੋ ਇਸ ਮਾਹੌਲ ਦੇ ਵਿੱਚ ਇਸ ਬੱਚੇ ਦਾ ਜਨਮ ਹੁੰਦਾ ਹੈ ਤੇ ਲక్ష్ਮੀ ਸਵਾਮੀਨਾਥਨ, ਹੁਣੇ ਤੁਸੀਂ ਉਹਨਾਂ ਨੂੰ ਲక్ష్ਮੀ ਬਾਈ ਵੀ ਬੋਲ ਦਿੱਤਾ ਜੀ, ਯਾਨੀ ਕਿ ਅੱਗੇ ਜਾ ਕੇ ਲక్ష్ਮੀ ਬਾਈ ਰੈਜੀਮੈਂਟ ਦੇ ਵਿੱਚ ਜੋ ਉਹਨਾਂ ਦੀ ਸ਼ਮੂਲੀਅਤ ਹੈ ਉਸ ਦਾ ਜ਼ਿਕਰ ਆਏਗਾ। ਸੋ ਬਹੁਤ ਵਧੀਆ ਤੁਸੀਂ ਸਕਰੀਨ ਪਲੇ ਡਿਜ਼ਾਈਨ ਕਰ ਰਹੇ ਹੋ, ਲੋਕਾਂ ਦਾ ਇੰਟਰਸਟ, ਸਭ ਦਾ ਇੰਟਰਸਟ ਬਣਿਆ ਹੋਇਆ ਹੈ ਜੀ। ਸੋ ਉਹ ਮਾਹੌਲ ਜਿਹੜਾ ਹੈ ਉਹਨਾਂ ਦੇ ਮਨ ਦੇ ਉੱਤੇ ਕੀ ਪ੍ਰਭਾਵ ਪਿਆ, ਕਿਉਂਕਿ ਦੁਨੀਆ ਦਾ ਜੋ ਮਾਹੌਲ ਹੈ ਉਸ ਦੀ ਚਰਚਾ ਘਰ 'ਚ ਹੁੰਦੀ ਹੈ, ਕਿਉਂਕਿ ਘਰ ਬਹੁਤ ਪੜ੍ਹੇ ਲਿਖੇ ਲੋਕ ਨੇ, ਵਕੀਲ ਸਾਹਿਬ ਨੇ। ਸੋ ਉਸ ਟਾਈਮ ਦੇ ਵਿੱਚ ਐਡੇ ਵੱਡੇ ਵਕੀਲ ਹੋਣਾ ਬਹੁਤ ਮਾਇਨੇ ਰੱਖਦੀ ਹੈ ਇਹ ਗੱਲ। ਸੋ ਘਰ ਦੇ ਵਿੱਚ ਮਾਹੌਲ ਚਰਚਾ, ਉਹਨਾਂ ਦੇ ਬਾਲ ਮਨ ਦੇ ਉੱਤੇ ਕੀ ਅਸਰ ਹੋਇਆ? ਕਹਿੰਦੇ ਨੇ ਕਿ ਜੋ ਮਾਲ ਮਨ ਦੇ ਉੱਤੇ ਅਸਰ ਹੋਵੇ ਸਾਰੀ ਉਮਰ ਉਹ ਅਸਰ ਕਾਇਮ ਰਹਿੰਦਾ ਜੀ। ਉਸ ਸਮੇਂ ਜੋ ਮਾਹੌਲ ਸੀਗਾ, ਆਜ਼ਾਦੀ ਦੇ ਜਿਹੜੇ ਸੰਘਰਸ਼ ਦੇ ਵਿੱਚ ਲੋਕ ਬਹੁਤ ਅਗਰਣੀ ਭੂਮਿਕਾ ਨਿਭਾ ਰਹੇ ਸੀਗੇ। ਉਹਨਾਂ ਦੇ ਕਈ ਪ੍ਰਕਾਰ ਦੇ ਕਈ ਕਿਸਮ ਦੇ ਉਹਨਾਂ ਦੇ ਤਸੀਹੇ ਉਹਨਾਂ ਨੂੰ ਸਹਿਣੇ ਪੈਂਦੇ ਸੀਗੇ ਔਰ ਉਹਨਾਂ ਦੀ ਚਰਚਾ ਬਾਰ-ਬਾਰ ਹੁੰਦੀ ਸੀ। ਔਰ ਨਿੱਜੀ ਰੂਪ 'ਚ ਜਿੱਥੇ ਰਹਿੰਦੇ ਸੀ ਸਾਊਥ ਦੇ ਵਿੱਚ, ਉੱਥੇ ਵੀ ਇਸ ਤਰ੍ਹਾਂ ਦੀ ਬਹੁਤ ਛੁੱਟ-ਪੁੱਟ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਸੀ ਔਰ ਉਹਨਾਂ ਘਟਨਾਵਾਂ ਤੋਂ ਪ੍ਰਭਾਵਿਤ ਜਿਹੜੇ ਪਰਿਵਾਰ ਸੀਗੇ ਜਾਂ ਇੱਦਾਂ ਦੀ ਘਟਨਾਵਾਂ ਜਦ ਕਿਤੇ ਲਾਗੇ ਛਾਗੇ ਹੁੰਦੀ ਸੀ, ਉਹ ਦੇਖਦੀ ਵੀ ਸੀ, ਸੁਣਦੀ ਵੀ ਸੀ ਔਰ ਲਲਕ ਸੀਗੀ, ਤੜਪ ਸੀਗੀ ਕਿ ਮੈਂ ਵੀ ਉਹਦੇ ਵਿੱਚ ਕਿਸੇ ਰੂਪ ਦੇ ਵਿੱਚ ਸ਼ਰੀਕ ਹੋਵਾਂ। ਔਰ ਉਹ ਹੁੰਦੀ ਵੀ ਸੀ ਕਿਉਂਕਿ ਉਹਨਾਂ ਦੀ ਜਿਹੜੀ ਮਾਤਾ ਨੇ ਗੁੜਤੀ ਦਿੱਤੀ, ਕਿਉਂਕਿ ਮਾਤਾ ਆਪ ਜਿਹੜੀ ਹੈ ਬਹੁਤ ਅੱਛੀ ਸੋਸ਼ਲ ਐਕਟਿਵਿਸਟ ਸੀਗੀ ਔਰ ਇਸ ਤਰ੍ਹਾਂ ਦੇ ਜਦ ਕਿਤੇ ਕੋਈ ਐਕਟੀਵਿਟੀ ਹੁੰਦੀ ਸੀ ਨੇਬਰਹੁੱਡ ਦੇ ਵਿੱਚ, ਉਹ ਨਾਲ ਕੈਪਟਨ ਲక్ష్ਮੀ ਸਹਿਗਲ ਜੀ ਨੂੰ ਨਾਲ ਲੈ ਕੇ ਉਹਦੇ ਵਿੱਚ ਸ਼ਰੀਕ ਹੁੰਦੇ ਸੀ ਔਰ ਉਸ ਬਾਲ ਮਨ ਦੇ ਵਿੱਚ ਲਗਾਤਾਰ ਇਹਨਾਂ ਗੱਲਾਂ ਦਾ, ਇਹਨਾਂ ਐਕਟੀਵਿਟੀਜ਼ ਦਾ ਲਗਾਤਾਰ ਜਿਹੜਾ ਹੈਗਾ ਬਾਰ-ਬਾਰ ਹੈਮਰਿੰਗ ਹੋਣ ਦੇ ਕਾਰਨ ਮਨ 'ਚ ਇਹ ਗੱਲ ਕਿਤੇ ਬੈਠ ਗਈ ਕਿ ਮੈਂ ਜੋ ਵੀ ਕੁਝ ਕਰ ਸਕਾਂ ਉਹ ਮੈਂ ਕਰੂੰਗੀ। ਫਿਰ ਉੱਥੋਂ ਹੀ ਗੱਲ ਲੱਗੀ ਕਿ ਸ਼ਾਇਦ ਇਹਦੇ ਵਾਸਤੇ ਪੜ੍ਹਾਈ ਕਰਨਾ ਬਹੁਤ ਲਾਜ਼ਮੀ ਹੈ ਕਿ ਜੇ ਮੇਰੇ ਕੋਲ ਗਿਆਨ ਹੋਵੇਗਾ ਤਾਂ ਹੀ ਮੈਂ ਇਸ ਲੜਾਈ ਦੇ ਵਿੱਚ ਕੋਈ ਅੱਛੀ ਭੂਮਿਕਾ, ਅੱਛਾ ਯੋਗਦਾਨ ਪਾਵਾਂਗੀ। ਇਸ ਕਰਕੇ ਪੜ੍ਹਾਈ ਬਹੁਤ ਮਨ ਲਾ ਕੇ ਕੀਤੀ। ਉਸ ਗੁਲਾਮ ਭਾਰਤ ਦੇ ਵਿੱਚ ਸਾਇੰਸ ਦੀ ਪੜ੍ਹਾਈ ਕੀਤੀ ਕਿਉਂਕਿ ਫਾਦਰ ਵਕੀਲ ਸੀਗੇ, ਸੁਪਨਾ ਸੀਗਾ ਕਿ ਉਹਨੂੰ ਡਾਕਟਰ ਬਣਾਉਣਾ ਹੈ। ਇਸ ਕਰਕੇ ਪੜ੍ਹਾਈ ਸਾਇੰਸ ਦੀ ਕੀਤੀ। ਸਾਇੰਸ ਦੇ ਬਾਅਦ BSc ਕਰਨ ਤੋਂ ਬਾਅਦ ਔਰ ਉਸ ਤੋਂ ਬਾਅਦ ਇਹ ਡਾਕਟਰੇਟ ਇਹਨਾਂ ਨੇ ਕੀਤੀ। 1938 ਦੇ ਵਿੱਚ MBBS ਦੀ ਡਿਗਰੀ ਲਈ। ਉਹਦੇ ਪਿੱਛੇ ਮੰਤਵ ਇਹ ਸੀਗਾ ਕਿ ਸ਼ਾਇਦ ਮੈਂ ਡਾਕਟਰੀ ਕਰਕੇ ਹੀ ਲੋਕਾਂ ਦੇ ਜਿਹੜੇ ਹੈ, ਕਿਉਂਕਿ ਉਹ ਦੇਖਦੇ ਸੀ ਕਈ ਕਿਸਮ ਦੇ ਪ੍ਰੋਬਲਮਸ ਉਸ ਟਾਈਮ ਜਿਹੜੇ ਫਰੀडम ਫਾਈਟਰ ਸੀਗੇ, ਲੜ ਰਹੇ ਸੀਗੇ, ਉਹਨਾਂ ਨੂੰ ਉਹ ਮੈਡੀਕਲ ਸਹਾਇਤਾ ਦੀ ਬਹੁਤ ਲੋੜ ਸੀਗੀ। ਇਸ ਐਂਗਲ ਤੋਂ ਵੀ ਪ੍ਰਭਾਵਿਤ ਹੋ ਕੇ ਵੀ MBBS ਦੀ ਪੜ੍ਹਾਈ ਕੀਤੀ ਔਰ 1938 ਦੇ ਵਿੱਚ MBBS ਡਿਗਰੀ ਉਹਨਾਂ ਨੇ ਮਦਰਾਸ ਮੈਡੀਕਲ ਕਾਲਜ ਤੋਂ ਪੂਰੀ ਕੀਤੀ ਜੀ। MBBS ਦੀ ਪੜ੍ਹਾਈ, ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ ਉਹਨਾਂ ਨੇ। ਤੁਸੀਂ ਇਹ ਦੱਸਿਆ ਕਿ ਮਾਹੌਲ ਐਸਾ ਸੀ, ਇੱਕ ਵੈਸੇ ਆਊਟ ਆਫ ਟਰੈਕ ਗੱਲ ਕਰ ਰਹੇ ਹਾਂ ਕਿ ਇੱਕ ਆਪਣੇ ਵੀ ਡਾਕਟਰ ਹੋਏ ਨੇ, ਡਾਕਟਰ ਕੋਟਨਿਸ, ਦੁਆਰਕਾ ਨਾਥ ਕੋਟਨਿਸ, ਉਹਨਾਂ ਨੇ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਉਹ ਵੀ MBBS ਕਰਕੇ ਹੀ ਲੜਾਈ ਦੇ ਵਿੱਚ ਸ਼ਾਮਿਲ ਹੋਏ ਸੀ। ਖੈਰ ਅਸੀਂ ਪਰਤਦੇ ਆਪਣੇ ਮੇਨ ਟੌਪਿਕ ਤੇ। ਸੋ ਉਹਨਾਂ ਨੇ MBBS ਦੀ ਪੜ੍ਹਾਈ ਇਸ ਚੀਜ਼ ਨੂੰ ਸਾਹਮਣੇ ਰੱਖ ਕੇ ਕੀਤੀ ਕਿ ਮੈਂ ਐਜ਼ ਅ ਡਾਕਟਰ ਆਪਣੀ ਭੂਮਿਕਾ ਨਿਭਾਵਾਂਗੀ ਜੀ। ਸੋ ਫਿਰ ਉਹ ਭੂਮਿਕਾ ਨਿਭਾਉਣ ਵਾਸਤੇ ਉਹਨਾਂ ਨੇ ਕੋਈ ਰਾਹ ਵੀ ਆਪਣਾ ਚੁਣਿਆ ਹੋਣਾ ਹੈ ਕਿ ਮੈਂ ਕਿੱਥੇ ਜਾ ਕੇ ਜੁਆਇਨ ਕਰਾਂ, ਕਿਉਂਕਿ ਐਸਾ ਸ਼ਾਰਪ ਬ੍ਰੇਨ, ਐਸਾ ਤੇਜ਼ ਦਿਮਾਗ ਕੋਈ ਨਾ ਕੋਈ ਰਾਹ ਜ਼ਰੂਰ ਕੱਢ ਲੈਂਦਾ ਭਾਵੇਂ ਜਿੰਨੀਆਂ ਮਰਜ਼ੀ ਔਕੜਾਂ ਹੋਣ। ਉਹਨਾਂ ਦੀ ਜੁਆਇਨਿੰਗ ਕਿੱਥੇ ਹੈ?
ਇਹ ਬੜਾ ਅੱਛਾ ਸਵਾਲ ਪੁੱਛਿਆ ਹੈ, ਕਿਉਂਕਿ ਜਿਸ ਮੰਤਵ ਨੂੰ ਲੈ ਕੇ ਡਾਕਟਰੀ ਕੀਤੀ ਸੀਗੀ ਉਹ ਇਮੀਡੀਏਟ ਮੰਤਵ ਦੀ ਪੂਰਤੀ ਦੇ ਵਾਸਤੇ ਸਬਬ ਇਦਾਂ ਦਾ ਬਣਿਆ ਕਿ ਇਹਨਾਂ ਨੂੰ ਸਿੰਗਾਪੁਰ ਜਾਣਾ ਪਿਆ। ਆਪਣਾ ਇਹਨਾਂ ਦਾ ਕੋਈ ਰਿਸ਼ਤੇਦਾਰ ਸਿੰਗਾਪੁਰ ਸੀਗਾ, ਉਸ ਟਾਈਮ ਬਹੁਤ ਸਾਰੇ ਪ੍ਰਵਾਸੀ ਭਾਰਤੀ ਸਿੰਗਾਪੁਰ ਸੀਗੇ ਔਰ ਜਿਹੜੇ ਭਾਰਤ ਦੀ ਆਜ਼ਾਦੀ ਦਾ ਸੁਪਨਾ ਲੈਂਦੇ ਸੀ ਉਸ ਉਹਨਾਂ ਦੀ ਬਹੁਤ ਵੱਡੀ ਤਾਦਾਦ ਸਿੰਗਾਪੁਰ 'ਚ ਸੀਗੀ। ਇਹ ਇਹਨਾਂ ਦਾ ਸਬਬ ਬਣਿਆ ਸਿੰਗਾਪੁਰ ਕਿਸੇ ਰਿਲੇਟਿਵ ਨੂੰ ਜਾਣ, ਔਰ ਉੱਥੇ ਉਹ ਰਿਲੇਟਿਵ ਜਦ ਬਿਮਾਰ ਪੈ ਗਿਆ ਤੇ ਇਹਨਾਂ ਦੇ ਆਪਣੀ ਜਿਹੜੀ ਸੇਵਾਵਾਂ ਸੀ, ਮੈਡੀਕਲ ਜਿਹੜੀ ਟ੍ਰੇਨਿੰਗ ਸੀਗੀ ਉਹ ਉਸ ਪਰਿਵਾਰ ਨੂੰ ਦਿੱਤੀ, ਔਰ ਉਸ ਪਰਿਵਾਰ ਨੂੰ ਜਦ ਦੇਣ ਤੋਂ ਬਾਅਦ ਉੱਥੇ ਉਸ ਪਰਿਵਾਰ ਦੇ ਵਿੱਚ ਵੀ ਇਸ ਕਿਸਮ ਦਾ ਮਾਹੌਲ ਸੀਗਾ, ਔਰ ਉੱਥੇ ਉਹਨਾਂ ਪਰਿਵਾਰ ਦੇ ਇਨਸਿਸਟੈਂਸ 'ਤੇ ਉਹਨਾਂ ਦੇ ਜ਼ੋਰ ਪਾਇਆ ਇਸ ਗੱਲ 'ਤੇ ਕਿ ਤੁਸੀਂ ਆਪਣੀ ਜਿਹੜੀ ਮੈਡੀਕਲ ਐਕਸਪਰਟੀਜ਼ ਹੈ ਉਹ ਇੱਥੇ ਹੀ ਸੇਵਾਵਾਂ ਦੇਣੀ ਤੁਸੀਂ ਸ਼ੁਰੂ ਕਰੋ। ਇੱਕ ਜ਼ਿੰਦਗੀ 'ਚ ਜਦ ਕਹਿੰਦੇ ਕਿ ਆਦਮੀ ਬੜਾ ਆਦਮੀ ਬਣਦਾ ਅਤੇ ਜ਼ਿੰਦਗੀ 'ਚ ਬੜੇ ਹੀ ਕੋਇਨਸੀਡੈਂਸ ਹੁੰਦੇ ਨੇ, ਸਬੱਬ ਬਣਦੇ ਨੇ। ਸ਼ਾਇਦ ਇਹ ਸਬੱਬ ਬਣਿਆ ਜਿਹੜਾ ਉਹਨਾਂ ਦੀ ਜ਼ਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਬਣ ਗਿਆ, ਔਰ MBBS ਦੀ ਪੜ੍ਹਾਈ ਦਾ ਜਿਹੜਾ ਪਹਿਲਾ ਐਕਸਪੈਰੀਮੈਂਟ ਸਿੰਗਾਪੁਰ ਹੋਇਆ, ਔਰ ਸਿੰਗਾਪੁਰ ਉਹਨੇ ਛੋਟਾ ਦੇ ਉਹਨਾਂ ਦੇ ਕਹਿਣ 'ਤੇ ਹੀ, ਔਰ ਉੱਥੇ ਜਿਹੜੇ ਹੋਰ ਉਹਨਾਂ ਦੇ ਘਰ 'ਚ ਆਉਣ ਜਾਣ ਵਾਲੇ ਲੋਕ ਸੀਗੇ ਉੱਥੇ ਇੱਕ ਛੋਟਾ ਕਲੀਨਿਕ ਸ਼ੁਰੂ ਕੀਤਾ, ਔਰ ਉਹਨਾਂ ਭਾਰਤੀਆਂ ਦੀ ਸੇਵਾਵਾਂ ਦੇਣੀ ਸ਼ੁਰੂ ਕੀਤੀ, ਖਾਸ ਕਰਕੇ ਜਿਹੜੇ ਇਹ ਅੰਦਰ ਹੀ ਅੰਦਰ ਕਿਤੇ ਨਾ ਕਿਤੇ ਹਸਰਤ ਪਾਲ ਰਹੇ ਸੀ ਇੱਕ ਦਿਨ ਭਾਰਤ ਆਜ਼ਾਦ ਹੋਵੇਗਾ, ਅਸੀਂ ਆਜ਼ਾਦ ਮੁਲਕ 'ਚ ਜਾਵਾਂਗੇ। ਔਰ ਉੱਥੇ ਇਹ ਸ਼ੁਰੂਆਤ ਹੋਈ, ਔਰ ਸਿੰਗਾਪੁਰ ਦੇ ਵਿੱਚ ਬਤੌਰ ਇੱਕ ਮੈਡੀਕਲ ਪ੍ਰੈਕਟੀਸ਼ਨਰ ਹੋਈ। ਲੇਕਿਨ ਉੱਥੇ ਜੋ ਘਰ ਦੇ ਵਿੱਚ ਚਿਨਕ ਸੀਗੀ, ਜੋ ਘਰ ਦੇ ਵਿੱਚ ਗੱਲਾਂ ਹੁੰਦੀ ਸੀ, ਸਿੰਗਾਪੁਰ ਵੀ ਉਸ ਤਰ੍ਹਾਂ ਦੀ ਕਿਸਮ ਦੀ ਗੱਲਾਂ ਹੁੰਦੀ ਸੀ। ਔਰ ਉਸ ਟਾਈਮ ਲਗਭਗ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਇਆ 1939 'ਚ ਆਪਾਂ ਦੇਖਦੇ ਹਾਂ, ਅਤੇ ਉਹ 1938 'ਚ ਗਏ ਉੱਥੇ। ਉਸ ਪਰਿਵੇਸ਼ ਦੇ ਬੈਕਗਰਾਊਂਡ ਦੇ ਵਿੱਚ ਉੱਥੇ ਬਹੁਤ ਸਾਰੇ ਲੋਕ ਸੀ, KPS ਮੈਨਨ ਵਰਗੇ ਲੋਕ, ਜਿਹੜੇ ਕਿ ਆਲਰੇਡੀ ਹਿੰਦੁਸਤਾਨ ਦੀ ਆਜ਼ਾਦੀ ਦੇ ਵਾਸਤੇ ਥੋੜ੍ਹਾ ਕੰਮ ਕਰ ਰਹੇ ਸੀਗੇ, ਲੇਕਿਨ ਇੱਕ ਜਿਹਨੂੰ ਫੋਕਸ ਕਰ ਰਹੇ ਸੀ ਉਹ ਸ਼ਾਇਦ ਦੈਟ ਵਾਜ਼ ਮਿਸਿੰਗ। ਔਰ ਉਸੇ ਬੈਕਗਰਾਊਂਡ ਦੇ ਤਹਿਤ ਹੀ ਜੁਲਾਈ 42 ਦੇ ਲਾਗੇ ਛਾਗੇ ਸੁਭਾਸ਼ ਚੰਦਰ ਬੋਸ ਜੀ ਜਿਹੜੇ ਹੈ ਉਹ ਉੱਥੇ ਸਿੰਗਾਪੁਰ ਪਹੁੰਚਦੇ ਨੇ, ਔਰ ਉਹ ਇੱਕ ਬੜਾ ਵੱਡਾ ਟਰਨਿੰਗ ਪੁਆਇੰਟ ਕੈਪਟਨ ਲਕਸ਼ਮੀ ਸਹਿਗਲ ਦੀ ਜ਼ਿੰਦਗੀ ਦੇ ਵਿੱਚ ਉਸ ਟਾਈਮ ਆਉਂਦਾ ਹੈ। ਮੈਂ ਇੱਕ ਚੀਜ਼ ਇੱਥੇ ਜਾਣਨਾ ਚਾਹਾਂਗਾ ਕਿ ਤੁਸੀਂ ਯਾਦ ਕੀਤਾ ਹੈ ਪਹਿਲਾ ਵਿਸ਼ਵ ਯੁੱਧ, ਹੁਣ ਦੂਸਰੇ ਵਿਸ਼ਵ ਯੁੱਧ ਤੱਕ ਅਸੀਂ ਪਹੁੰਚ ਚੁੱਕੇ ਹਾਂ ਜੀ। ਜਿੱਥੇ ਗੋਲੀਆਂ ਚੱਲ ਰਹੀਆਂ ਨੇ ਉੱਥੇ ਨਾਲ ਇਕੋਨਮੀ ਵੀ ਹੈ, ਕਿਉਂਕਿ ਕੋਈ ਵੀ ਗੱਲ ਅਸੀਂ ਬਿਨਾਂ ਅਰਥਚਾਰੇ ਤੋਂ ਨਹੀਂ ਕਰ ਸਕਦੇ, ਅਰਥ ਵਿਵਸਥਾ ਤੋਂ ਨਹੀਂ ਕਰ ਸਕਦੇ ਜੀ। ਇੱਕ ਬੜਾ ਮਸ਼ਹੂਰ ਅੰਗਰੇਜ਼ੀ ਦਾ ਨਾਵਲ ਹੈ ਆਰਮਸ ਐਂਡ ਦ ਮੈਨ, ਉਹਦੇ ਵਿੱਚ ਉਹ ਇੱਕ ਜ਼ਿਕਰ ਕਰਦੇ ਨੇ ਕਿ ਇੱਕ ਫੌਜੀ ਨਾ, ਜਿਹੜੇ ਨਵੇਂ ਨੌਜਵਾਨ ਫੌਜੀ ਨੇ ਉਹ ਹਮੇਸ਼ਾ ਗੋਲੀਆਂ ਲੈ ਕੇ, ਪਿਸਟਲਸ ਲੈ ਕੇ ਜਾਂਦੇ ਨੇ, ਤੇ ਜਿਹੜਾ ਇੱਕ ਐਕਸਪੀਰੀਅੰਸਡ ਫੌਜੀ ਹੈ ਉਹ ਖਾਣ ਪੀਣ ਦਾ ਸਮਾਨ ਲੈ ਕੇ ਜਾਂਦਾ, ਚਾਕਲੇਟਸ ਲੈ ਕੇ ਜਾਂਦਾ ਹੈ। GB ਸ਼ਾਹ, ਹਾਂਜੀ GB ਸ਼ਾਹ ਦਾ ਨਾਵਲ ਹੈ, ਉਹਦੇ ਵਿੱਚ ਪਲੇ ਹੈ, ਸੌਰੀ GB ਸ਼ਾਹ ਦਾ ਪਲੇ ਹੈ। ਉਹਦੇ ਵਿੱਚ ਉਹ ਦੱਸਦਾ ਹੈ ਕਿ ਗੋਲੀਆਂ, ਐਮਿਨੂਸ਼ਨ, ਅਸਲਾ ਤੇ ਉੱਥੇ ਬਹੁਤ ਮਿਲ ਜਾਏਗਾ, ਪਰ ਖਾਣਾ ਪੀਣਾ ਸਾਡੇ ਕੋਲ ਹੋਣਾ ਚਾਹੀਦਾ ਹੈ ਜੀ। ਉਹ ਖਾਣਾ ਪੀਣਾ ਹੀ ਇਕੋਨਮੀ ਹੈ ਜੀ। ਉਹ ਖਾਣਾ ਪੀਣਾ ਜਦ ਤੱਕ ਨਹੀਂ ਹੋਏਗਾ ਅਸੀਂ ਕੋਈ ਵੀ ਫਾਈਟ ਨਹੀਂ ਕਰ ਸਕਦੇ। ਇਕੋਨਮੀ ਬਾਰੇ ਉਹਨਾਂ ਨੇ ਕੋਈ ਗੱਲ ਕੀਤੀ, ਕਿਉਂਕਿ ਉਸ ਵਕਤ ਲੋਕੀ ਬਹੁਤ ਜ਼ਿਆਦਾ ਪ੍ਰੈਸ਼ਰਡ ਸੀਗੇ, ਔਰ ਇਸ ਪ੍ਰੈਸ਼ਰ ਦੇ ਵਿੱਚ ਜਦੋਂ ਰੋਟੀ ਨਹੀਂ ਹੈ ਖਾਣ ਵਾਸਤੇ ਤੁਸੀਂ ਆਜ਼ਾਦੀ ਦੀ ਗੱਲ ਨਹੀਂ ਕਰ ਸਕਦੇ। ਜਿਵੇਂ ਸਵਾਮੀ ਵਿਵੇਕਾਨੰਦ ਕਹਿੰਦੇ ਨੇ ਕਿ ਭੁੱਖੇ ਢਿੱਡਾਂ ਤੋਂ ਧਰਮ ਦੀ ਐਕਸਪੈਕਟੇਸ਼ਨ ਕਰਨਾ, ਧਰਮ ਦੀ ਉਮੀਦ ਕਰਨਾ ਮੁਸ਼ਕਿਲ ਹੈ। ਜੀ। ਇਹ ਬੜਾ ਅੱਛਾ ਸਵਾਲ ਕੀਤਾ, ਕਿਉਂਕਿ ਆਪ ਪੜ੍ਹੀ ਲਿਖੀ ਸੀ, ਚੰਗੇ ਪਰਿਵਾਰ ਤੋਂ ਸੀਗੀ, ਬੇਸ਼ੱਕ ਉਹ ਮੱਧ ਵਰਗੀ ਪਰਿਵਾਰ ਸੀਗਾ, ਲੇਕਿਨ ਰੋਟੀ ਦੀ ਔਕੜ ਉਹਨਾਂ ਦੇ ਪਰਿਵਾਰ 'ਚ ਬਜ਼ਾਤੇ ਖੁਦ ਨਹੀਂ ਸੀ, ਇਸੇ ਕਰਕੇ ਉਹ ਪੜ੍ਹ ਵੀ ਪਾਈ, ਪੜ੍ਹਨ ਤੋਂ ਬਾਅਦ ਸਿੰਗਾਪੁਰ ਵੀ ਜਾ ਪਾਈ ਉੱਥੇ। ਲੇਕਿਨ ਜਿਹੜੇ ਉਸ ਟਾਈਮ ਉੱਥੇ ਦੇ ਪ੍ਰਵਾਸੀ ਸੀਗੇ, ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤ ਦੇ ਨਾਲ ਜੁੜੇ ਹੋਏ ਸੀਗੇ, ਉਹਨਾਂ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਸਭ ਤੋਂ ਵੱਡਾ ਰੋੜਾ ਹੀ ਇਹ ਸੀਗਾ ਕਿ ਉਹਨਾਂ ਦੇ ਕੋਲ ਜਿਹੜਾ ਅਰਥ ਤੁਸੀਂ ਕਹਿ ਰਹੇ ਹੋ, ਇਕੋਨੋਮੀ, ਪੈਸੇ ਦੀ ਗੱਲ ਹੈ, ਜਿਹੜੀ ਲੋੜ ਪਹਿਲਾਂ ਆਪਣੇ ਸਰਵਾਈਵਲ ਵਾਸਤੇ, ਫਿਰ ਕੁਝ ਕਰਨ ਵਾਸਤੇ ਜੋ ਵੀ ਕੁਝ ਚਾਹੀਦਾ ਉਹਦੇ ਵਾਸਤੇ ਵੀ ਪੈਸੇ ਦੀ ਲੋੜ ਹੈ। ਇਸੇ ਕਰਕੇ ਉਹਨਾਂ ਨੇ ਜੋ ਮੈਡੀਕਲ ਪ੍ਰੈਕਟੀਸ਼ਨਰਿੰਗ ਉੱਥੇ ਸ਼ੁਰੂ ਕੀਤੀ, ਲੇਕਿਨ ਉਹਨਾਂ ਨੂੰ ਉਹਦੇ ਪਿੱਛੇ ਮੰਤਵ ਇਹ ਸੀਗਾ ਕਿ ਜਿਹੜੇ ਉਹ ਐਟਲੀਸਟ ਫਿਜ਼ੀਕਲੀ ਫਿਟ, ਮੈਂਟਲੀ ਅਲਰਟ ਰਹਿਣ ਉਹ ਬੰਦੇ, ਉਹ ਘੱਟੋ ਘੱਟ ਜੇ ਰਹਿਣਗੇ ਤਾਂ ਆਪਣਾ ਪੈਸਾ ਵੀ ਕਮਾ ਸਕਦੇ ਆ, ਪਲੱਸ ਜ਼ਿੰਦਗੀ ਦੇ ਔਰ ਆਜ਼ਾਦੀ ਦੀ ਲੜਾਈ ਵੀ ਬਿਹਤਰ ਢੰਗ ਨਾਲ ਲੜ ਸਕਦੇ ਨੇ। ਇਸ ਕਰਕੇ ਔਰ ਜੇ ਉਹਨਾਂ ਦੇ ਫਲਸਫੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਆਜ਼ਾਦੀ ਦਾ ਮਤਲਬ ਹੈ ਉਹ 3 ਟੀਅਰਸ, 3 ਪਰਤਾਂ ਨੇ ਆਜ਼ਾਦੀ ਦੀਆਂ। ਇੱਕ ਤਾਂ ਹੈ ਕਿ ਰਾਜਨੀਤਿਕ ਤੌਰ 'ਤੇ ਆਜ਼ਾਦੀ ਮਿਲ ਜਾਵੇ, ਔਰ ਰਾਜਨੀਤਿਕ ਤੌਰ 'ਤੇ ਆਜ਼ਾਦੀ ਕਹਿੰਦੇ ਮਤਲਬ ਇਹ ਹੈ ਜਦ ਤੁਹਾਡਾ ਜਿਸ ਦਿਨ ਤੁਸੀਂ ਗੁਲਾਮ ਹੁੰਦੇ ਹੋ ਉਸ ਤੋਂ ਜਿਸ ਦਿਨ ਉਹ ਬੇੜੀਆਂ ਕੱਟ ਦਿੰਦੇ ਹੋ ਤੁਸੀਂ ਰਾਜਨੀਤਿਕ ਰੂਪ 'ਤੇ ਤਾਂ ਹੋ ਜਾਂਦੇ ਹੋ ਆਜ਼ਾਦ। ਜਿਹੜੀ ਦੂਸਰੀ ਆਜ਼ਾਦੀ ਦੀ ਪਰਤ ਹੈ, ਜਿਹੜੀ ਜ਼ਿਆਦਾ ਵੱਡੀ ਹੈ, ਜ਼ਿਆਦਾ ਇੰਪੋਰਟੈਂਟ ਹੈ, ਉਹ ਹੈ ਇਕਨੋਮਿਕ ਫਰੀਡਮ। ਬਾਰ-ਬਾਰ ਉਹਨਾਂ ਨੇ ਇਸ ਗੱਲ 'ਤੇ ਬਹੁਤ ਜ਼ਿਆਦਾ ਬਲ ਦਿੱਤਾ ਹੈ, ਔਰ ਖਾਸ ਕਰਕੇ ਕੁੜੀਆਂ ਵਾਸਤੇ ਉਹਨਾਂ ਨੇ ਕਿਹਾ ਕਿ ਜੇ ਕੁੜੀਆਂ ਇਕਨੋਮਿਕਲੀ ਇੰਡੀਪੈਂਡੈਂਟ ਹੋਣਗੀਆਂ, ਫਾਈਨੈਂਸ਼ੀਅਲੀ ਉਹ ਆਪਣੇ ਡਿਸੀਜ਼ਨ ਆਪ ਲੈ ਪਾਉਣਗੀਆਂ,
ਤਾਂ ਆਜ਼ਾਦੀ ਪੂਰਨ ਰੂਪ 'ਚ ਸਕਾਰਾਤਮਕ ਜਿਹੜੀ ਹੈਗੇ ਆ ਉਹਦੇ ਸਿੱਟੇ ਨਿਕਲਣਗੇ। ਔਰ ਤੀਸਰੀ ਗੱਲ ਜਿਹੜੀ ਕਹਿੰਦੀ ਕਿ ਸਮਾਜਿਕ ਤੌਰ ਤੇ ਆਜ਼ਾਦੀ ਵੀ ਚਾਹੀਦੀ ਹੈ। ਥਰਡ ਜਿਹੜੀ ਲੇਅਰ ਹੈ ਆਜ਼ਾਦੀ ਦੀ ਪਰਤ ਜਿਹੜੀ ਆ ਉਹ ਸਮਾਜਿਕ ਆਜ਼ਾਦੀ ਹੈ। ਸਮਾਜ ਦੇ ਵਿੱਚ ਜਿਹੜੇ ਬੰਦੇ ਦੇ ਬਣਾਏ ਹੋਏ ਜਿਹੜੇ ਡਿਫਰੈਂਸਿਸ ਨੇ, ਜਿਹੜੇ ਕਲੈਸ਼ਿਸ ਨੇ, ਕੌਨਫਲਿਕਟਸ ਨੇ, ਨਾ ਬਰਾਬਰੀ, ਜਦ ਤੱਕ ਉਹ ਖਤਮ ਨਹੀਂ ਹੋਣਗੇ ਤਦ ਤੱਕ ਆਜ਼ਾਦੀ ਪੂਰਨ ਰੂਪ ਦੇ ਵਿੱਚ ਅਸੀਂ ਨਹੀਂ ਕਹਿ ਸਕਦੇ ਮਿਲ ਗਏ। ਔਰ ਆਜ਼ਾਦ ਭਾਰਤ ਦੇ ਵਿੱਚ ਆਖਰੀ ਦਿਨ ਤੱਕ ਉਹਨਾਂ ਨੇ ਕੰਮ ਕੀਤਾ ਕਿ ਰਾਜਨੀਤਿਕ ਤੌਰ ਤੇ ਅਸੀਂ ਆਜ਼ਾਦ ਹੋਏ ਹਾਂ, ਕਿ ਇੱਕ ਦੇਸ਼ ਦੇ ਵਿੱਚ ਕਿਸੇ ਦੂਸਰੇ ਦੇਸ਼ ਨੇ ਕਬਜ਼ਾ ਕੀਤਾ, ਅਸੀਂ ਬਾਹਰ ਕੱਢਤਾ ਤੇ ਰਾਜਨੀਤਿਕ ਆਜ਼ਾਦੀ ਸਾਨੂੰ ਮਿਲ ਗਈ ਹੈ। ਲੇਕਿਨ ਜਿਹੜੀ ਇਕਨੋਮਿਕ ਆਰਥਿਕ ਆਜ਼ਾਦੀ ਔਰ ਜਿਹੜੀ ਸਮਾਜਿਕ ਆਜ਼ਾਦੀ ਦਾ ਸੁਪਨਾ ਜਿਹੜਾ ਸੀਗਾ ਉਹ ਲੈ ਕੇ ਉਹਨਾਂ ਨੇ ਸਾਰੀ ਉਮਰ ਕੰਮ ਕੀਤਾ। 97 ਸਾਲ ਦੀ ਉਮਰ ਦੇ ਵਿੱਚ ਮੇਰੇ ਆਖਰੀ ਦਿਨ ਵੀ ਪੇਸ਼ੈਂਟਸ ਦੇਖ ਰਹੇ ਸੀਗੇ। ਇਸ ਤਰ੍ਹਾਂ ਦੀ ਬਾਰੇ ਉਹਨਾਂ ਦੇ ਕਿਹਾ ਗਿਆ ਹੈ। ਸੋ ਅੱਜ ਦਾ ਮਾਹੌਲ ਇਹ ਸਿੱਖ ਸਕਦਾ ਹੈ, ਜੋ ਅੱਜ ਕੱਲ੍ਹ ਦਾ ਸਾਰਾ ਮਾਹੌਲ ਬਣਿਆ ਹੋਇਆ ਹੈ ਜੀ, ਕਿ ਸਿਰਫ ਇਕੋਨਮੀ ਨੂੰ ਰਾਜਨੀਤੀ ਦੇ ਤੌਰ ਤੇ ਇਸਤੇਮਾਲ ਨਹੀਂ ਕਰਨਾ, ਇਕੋਨਮੀ ਨੂੰ ਸਮਾਜ ਦੇ ਤੌਰ ਤੇ ਇਸਤੇਮਾਲ ਕਰਨਾ ਹੈ। ਇਕੋਨਮੀ ਹਮੇਸ਼ਾ ਸਮਾਜ ਪੱਖੀ ਹੋਣੀ ਚਾਹੀਦੀ ਹੈ, ਰਾਜਨੀਤਿਕ ਪੱਖੀ ਨਹੀਂ ਹੋਣੀ ਚਾਹੀਦੀ। ਇਹ ਹੈ ਕੈਪਟਨ ਲక్ష్ਮੀ ਸਹਿਗਲ ਜੀ ਦਾ ਸੰਦੇਸ਼। ਤਾਂ ਜਾ ਕੇ ਮਿਲੇਗੀ ਰਾਜਨੀਤਿਕ ਆਜ਼ਾਦੀ, ਆਰਥਿਕ ਆਜ਼ਾਦੀ ਤੇ ਸਮਾਜਿਕ ਆਜ਼ਾਦੀ। ਕਹਾਣੀ ਨੂੰ ਅੱਗੇ ਵਧਾਉਂਦੇ ਹਾਂ ਕਿ ਹੁਣ ਉਹ ਜੁਆਇਨ ਕਰ ਚੁੱਕੇ ਨੇ ਆਜ਼ਾਦ ਹਿੰਦ ਫੌਜ, ਕਿਉਂਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਜੀ, ਸੁਭਾਸ਼ ਚੰਦਰ ਬੋਸ ਜੀ ਜਦ ਪਹੁੰਚੇ ਉੱਥੇ, ਔਰ ਸੁਭਾਸ਼ ਚੰਦਰ ਬੋਸ ਜੀ ਦੇ ਮਨ ਦੇ ਵਿੱਚ ਵੀ ਸੀਗਾ ਕਿ ਆਜ਼ਾਦੀ ਦੀ ਲੜਾਈ ਪੂਰੀ ਤਦ ਤੱਕ ਨਹੀਂ ਹੋਣੀ ਜਦ ਤੱਕ ਇਹਦੇ ਵਿੱਚ ਔਰਤਾਂ ਦਾ ਸ਼ਮੂਲੀਅਤ ਨਹੀਂ ਹੋਈ ਜੀ। ਲੇਕਿਨ ਉਹ ਇਹ ਗੱਲ ਹਲੇ ਵਿਚਾਰ ਦੇ ਤੌਰ ਤੇ ਉਹਨਾਂ ਦੇ ਮਨ 'ਚ ਸੀਗਾ। ਔਰ ਅੱਜ ਸੁਭਾਸ਼ ਚੰਦਰ ਬੋਸ ਜੀ ਨੇ ਜਦ ਉੱਥੇ ਜਾ ਕੇ ਮੀਟਿੰਗਸ ਕੀਤੀਆਂ, ਉਸ ਮੀਟਿੰਗ 'ਚ ਲక్ష్ਮੀ ਸਹਿਗਲ ਜੀ ਨੇ ਜਦ ਪਾਰਟਿਸਿਪੇਟ ਕੀਤਾ, ਉਹ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਈ। ਔਰ ਉਸ ਇਲਾਕੇ ਦੇ ਜਿਹੜੇ ਬਹੁਤ ਸਾਰੇ ਲੋਕ ਸੀਗੇ ਉਹ ਉਸ ਬੈਕਗਰਾਊਂਡ ਦੇ ਸੀ ਜਿਸ ਬੈਕਗਰਾਊਂਡ ਦੇ ਲక్ష్ਮੀ ਸਹਿਗਲ ਸੀ, ਸਾਊਥ ਦੇ ਬੰਦੇ ਸੀ। ਉਹਨਾਂ ਦਾ ਜਿਹੜਾ ਕਮਿਊਨੀਕੇਸ਼ਨ ਦਾ ਇੱਕ ਗੈਪ ਸੀਗਾ, ਜੋ ਨੇਤਾ ਜੀ ਗੱਲ ਕਹਿੰਦੇ ਸੀ ਉਹਨਾਂ ਲੋਕਾਂ ਤੱਕ ਪਹੁੰਚਾਉਣ ਦਾ, ਕਿਉਂਕਿ ਨੇਤਾ ਜੀ ਕੋਲ ਅੰਗਰੇਜ਼ੀ, ਹਿੰਦੀ, ਬੰਗਲਾ ਤਾਂ ਸੀਗੀ, ਉਹ ਭਾਸ਼ਾ ਨਹੀਂ ਸੀਗੀ। ਲక్ష్ਮੀ ਸਹਿਗਲ ਜੀ ਨੇ ਬੜਾ ਵੱਡਾ ਭੂਮਿਕਾ ਉੱਥੇ ਨਿਭਾਈ ਔਰ ਆਪਣੀ ਲੀਡਰਸ਼ਿਪ ਕੁਆਲਿਟੀਜ਼ ਜਿਹੜੀਆਂ ਉਹ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਰਾਹੀਂ। ਉਹਨਾਂ ਦੇ ਸਾਰੇ ਲੈਕਚਰਸ ਜਿਹੜੇ ਹੁੰਦੇ ਸੀ, ਜੋ ਗੱਲਬਾਤ ਉਹਨਾਂ ਦੀ ਹੁੰਦੀ ਸੀ, ਉਹਨੂੰ ਟਰਾਂਸਲੇਟ ਕਰਕੇ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਸਮਝਾਉਣਾ। ਔਰ ਜਿੱਥੇ ਨੇਤਾ ਜੀ ਨੇ ਵੀ ਇੱਕ ਉਹਨਾਂ ਦਾ ਪਹਿਚਾਨ ਲਿਆ ਕਿ ਯੈਸ, ਇਸ ਲੜਕੀ ਦੇ ਵਿੱਚ, ਇਸ ਲੇਡੀ ਦੇ ਵਿੱਚ ਉਹ ਲੀਡਰਸ਼ਿਪ ਕੁਆਲਿਟੀਜ਼ ਵੀ ਹੈ, ਆਰਗੇਨਾਈਜੇਸ਼ਨ ਸਕਿੱਲਸ ਵੀ ਹੈ, ਇਹਦੇ ਵਿੱਚ ਇੱਕ ਲੀਡਰ ਬਣਨ ਦੇ ਸਾਰੀ ਕੁਆਲਿਟੀਜ਼ ਸੀਗੀਆਂ। ਉਹ ਦੋਨਾਂ ਦਾ ਮੈਚ ਹੋ ਗਿਆ। ਉਹ ਵੀ ਚਾਹੁੰਦੀ ਸੀ ਔਰ ਨੇਤਾ ਜੀ ਆਪ ਇਸ ਫਿਰਾਕ ਦੇ ਵਿੱਚ ਸੀਗੇ ਕਿ ਕੋਈ ਲੇਡੀ ਮਿਲੇ। ਤਾਂ ਉੱਥੋਂ ਹੀ ਫਿਰ ਉਹ ਆਜ਼ਾਦ ਹਿੰਦ ਫੌਜ ਦੇ ਵਿੱਚ ਜੁਆਇਨਿੰਗ ਹੋਈ ਔਰ ਪਹਿਲੀ ਵਾਰ ਇੱਕ ਆਜ਼ਾਦ ਹਿੰਦ ਫੌਜ ਦੇ ਵਿੱਚ ਮਹਿਲਾਵਾਂ ਦਾ ਇੱਕ ਵਿੰਗ ਬਣਾਇਆ ਗਿਆ, ਜਿਹਦਾ ਨਾਮ ਲక్ష్ਮੀ ਜੋ ਹੈ ਬਾਈ ਰੈਜੀਮੈਂਟ ਰੱਖਾ ਗਿਆ ਔਰ ਉਹਦੀ ਜਿਹੜੀ ਕਮਾਨ ਹੈ ਉਹ ਲక్ష్ਮੀ ਸਹਿਗਲ ਜੀ ਨੂੰ ਦਿੱਤੀ ਗਈ। ਮਤਲਬ ਲక్ష్ਮੀ ਬਾਈ ਬਣ ਗਈ, ਕਾਮਨ ਹੋ ਗਈ ਜੀ। ਔਰ ਉਸ ਤੋਂ ਬਾਅਦ ਆਜ਼ਾਦੀ ਦੀ ਲੜਾਈ ਵਿੱਚ ਅੱਗੇ ਵਧੇ ਜੀ। ਸੋ ਕਹਿੰਦੇ ਨੇ ਕਿ ਜਿਹੜੇ ਸਾਡੇ ਕਲਾਕਾਰ ਹੁੰਦੇ ਨੇ ਉਹ ਸੰਦੇਸ਼ ਵਾਹਕ ਹੁੰਦੇ ਨੇ ਸੱਭਿਆਚਾਰ ਦਾ ਜੀ, ਤੇ ਉਹ ਦੇਸ਼ ਪਿਆਰ ਨੂੰ ਵੀ ਅੱਗੇ ਲੈ ਕੇ ਚੱਲਦੇ ਨੇ। ਅਸੀਂ ਦੇਖਦੇ ਹਾਂ ਆਜ਼ਾਦੀ ਦੇ ਵੇਲੇ ਅਨੇਕਾਂ ਦੇਸ਼ ਪਿਆਰ ਦੀਆਂ ਰਚਨਾਵਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਮੋਟੀਵੇਟ ਕੀਤਾ ਹੈ, ਜਾਗਰਿਤ ਕੀਤੀ ਹੈ ਦੇਸ਼ ਭਗਤੀ ਲੋਕਾਂ ਦੇ ਦਿਲਾਂ ਦੇ ਵਿੱਚ। ਸੰਗੀਤ ਦਾ ਖਾਸ ਸਥਾਨ ਰਿਹਾ ਹੈ। ਤਾਂ ਅੱਜ ਵੀ ਅਸੀਂ ਦੇਸ਼ ਪਿਆਰ ਦੇ ਗੀਤ ਦੇ ਜ਼ਰੀਏ ਦੇਸ਼ ਭਗਤੀ ਜਗਾਉਣ ਦੀ ਇੱਕ ਕੋਸ਼ਿਸ਼ ਕਰ ਰਹੇ ਹਾਂ। ਸੋ ਆਓ ਜੁੜਦੇ ਹਾਂ ਜੀ ਇਸ ਗੀਤ ਦੇ ਨਾਲ। महान साडा भारत देश महान, भारत देश महान साडा भारत देश महान। स्वर्ग तो सुंदर धरती इसदी सब तो उच्ची शान। भारत देश महान साडा भारत देश महान, भारत देश महान साडा भारत देश महान। गुरुआं पीरां दी ये धरती हर पासे हरियाली, अमन खुशी दे गीत ने गाउंदे पत्ता ते हर डाली, पत्ता ते हर डाली। सब दुनिया चो देश मेरे दी बखरी है पहचान। भारत देश महान साडा भारत देश महान। देश मेरे दी शान तिरंगा किन्ना प्यारा लगदा। एक दूजे नाल प्यार करो बस एहो सानू दसदा, एहो सानू दसदा। देश मेरे दी शान तिरंगा किन्ना प्यारा लगदा। एक
ਸਭ ਦੇ ਰਿਸ਼ਤੇ ਗੰਢਦੀ, ਸਭ ਦੇ ਰਿਸ਼ਤੇ ਗੰਢਦੀ। ਪੰਜ ਦਰਿਆਵਾਂ ਦੀ ਇਹ ਧਰਤੀ ਪਿਆਰ ਸੁਨੇਹੇ ਮੰਡਦੀ। ਹਿੰਦੂ ਮੁਸਲਿਮ ਸਿੱਖ ਈਸਾਈ ਸਭ ਦੇ ਰਿਸ਼ਤੇ ਗੰਢਦੀ। ਸਭ ਮਜ਼ਹਬਾਂ ਦਾ ਇੱਕ ਤਿਰੰਗਾ ਭਾਰਤ ਦੀ ਜੋ ਜਾਨ। ਭਾਰਤ ਦੇਸ਼ ਮਹਾਨ ਸਾਡਾ, ਭਾਰਤ ਦੇਸ਼ ਮਹਾਨ, ਭਾਰਤ ਦੇਸ਼ ਮਹਾਨ ਸਾਡਾ, ਭਾਰਤ ਦੇਸ਼ ਮਹਾਨ, ਭਾਰਤ ਦੇਸ਼ ਮਹਾਨ ਸਾਡਾ, ਭਾਰਤ ਦੇਸ਼ ਮਹਾਨ। ਜੀ, ਗੀਤ ਤੋਂ ਪਹਿਲਾਂ ਮੈਂ ਇੱਕ ਸ਼ਬਦ ਦਾ ਪ੍ਰਯੋਗ ਕੀਤਾ ਸੀ, ਆਓ ਜੁੜਦੇ ਹਾਂ ਇਸ ਗੀਤ ਦੇ ਨਾਲ। ਜੁੜਨ ਦਾ ਮਤਲਬ ਅੰਦਰੋਂ ਜੁੜਨਾ, ਜਿੱਥੋਂ ਦਿਲ ਜੁੜਦਾ ਹੈ, ਜਿੱਥੋਂ ਆਤਮਾ ਜੁੜਦੀ ਹੈ। ਜਦੋਂ ਤੱਕ ਅਸੀਂ ਜੁੜਾਂਗੇ ਨਹੀਂ, ਉਦੋਂ ਤੱਕ ਅਸੀਂ ਉਸ ਦੀ ਭਾਵਨਾ ਨੂੰ ਨਹੀਂ ਸਮਝ ਸਕਾਂਗੇ। ਉਸ ਦੀ ਭਾਵਨਾ ਨੂੰ ਸਮਝ ਕੇ ਹੀ ਅਸੀਂ ਜਾਗਰਿਤ ਹੋਵਾਂਗੇ, ਸੇਧ ਲਵਾਂਗੇ ਤੇ ਅੱਗੇ ਵਧਾਂਗੇ। ਤੇ ਜੋ ਕੰਮ ਕੈਪਟਨ ਲక్ష్ਮੀ ਸਹਿਗਲ ਜੀ ਨੇ ਕੀਤਾ ਹੈ, ਉਸ ਕੰਮ ਨੂੰ ਕਰਨ ਦੇ ਕਾਬਿਲ ਬਣਾਂਗੇ। ਤਾਂ ਡਾਕਟਰ ਲక్ష్ਮੀ ਸਹਿਗਲ ਜੀ ਬਾਰੇ, ਉਹਨਾਂ ਦੀ ਜੀਵਨ ਗਾਥਾ ਬਾਰੇ ਸਾਰੀ ਕਹਾਣੀ ਸੁਣਾ ਰਹੇ ਨੇ ਸਾਨੂੰ ਡਾਕਟਰ ਅਨੂਪ ਵਤਸ ਜੀ, ਜੋ ਕਿ DAV ਕਾਲਜ ਦੇ ਪ੍ਰਿੰਸੀਪਲ ਨੇ, ਨਕੋਦਰ ਤੋਂ ਨੇ। ਜੀ, ਕਹਾਣੀ ਤੇ ਫਿਰ ਵਾਪਸ ਆਨੇ ਹਾਂ, ਯਾਨੀ ਕਿ ਇੰਟਰਵਲ ਤੋਂ ਬਾਅਦ ਹੁਣ ਫਿਲਮ ਦੁਬਾਰਾ ਸ਼ੁਰੂ ਕਰਦੇ ਹਾਂ। ਤੇ ਹੁਣ ਉਹ ਆ ਚੁੱਕੇ ਨੇ ਆਜ਼ਾਦ ਹਿੰਦ ਫੌਜ ਦੇ ਵਿੱਚ। ਤਾਂ ਲక్ష్ਮੀ ਬਾਈ ਰੈਜੀਮੈਂਟ ਬਣ ਚੁੱਕੀ ਹੈ, ਉਸ ਦੇ ਉਹ ਕੈਪਟਨ ਬਣ ਚੁੱਕੇ ਨੇ। ਔਰ ਜਦੋਂ ਇਹ ਤਰੱਕੀ ਕਰਕੇ ਕਰਨਲ ਵੀ ਬਣੇ ਨੇ, ਤਾਂ ਦੁਨੀਆ ਦੇ ਪਹਿਲੇ ਕਰਨਲ ਸੀ ਜੋ ਮਹਿਲਾ ਕਰਨਲ ਸੀ। ਉਸ ਦੀ ਕਹਾਣੀ ਵੀ ਅਸੀਂ ਤੁਹਾਡੇ ਕੋਲੋਂ ਸੁਣਾਂਗੇ। ਆਪਣੇ ਦਰਸ਼ਕਾਂ ਨੂੰ ਫਲੈਸ਼ ਦਿੰਦੇ ਜਾਈਏ ਤਾਂ ਕਿ ਅੱਗੇ ਤੱਕ ਉਹ ਜੁੜੇ ਰਹਿਣ ਸਾਡੇ ਨਾਲ। ਜੀ, ਸੋ ਜੁੜਨਾ ਫਿਰ ਉਵੇਂ ਹੀ ਹੈ ਜਿਵੇਂ ਦਿਲ ਤੋਂ ਜੁੜਨਾ ਹੈ। ਤਾਂ ਫਿਰ ਆਪਾਂ ਜੁੜਦੇ ਹਾਂ ਹੁਣ। ਤੁਸੀਂ ਸੁਣਾਓ ਅਗਲੀ ਕਹਾਣੀ। ਜਦ ਲక్ష్ਮੀ ਬਾਈ ਰੈਜੀਮੈਂਟ ਬਣੀ ਔਰ ਉਹਦੇ ਬਾਅਦ ਲਗਭਗ 5 ਜਾਂ 6 ਹਜ਼ਾਰ ਦੇ ਤਾਦਾਦ ਦੇ ਵਿੱਚ ਜਿਹੜੀ ਉੱਥੇ ਦੀ ਔਰਤਾਂ ਸੀਗੀਆਂ ਜੀ, ਜਿਹਦੇ 'ਚ ਮੈਜੋਰਟੀ ਔਰਤਾਂ ਪੜ੍ਹੀਆਂ ਲਿਖੀਆਂ ਹੋਈਆਂ ਸੀਗੀਆਂ ਔਰ ਪੜ੍ਹਨ ਲਿਖਣ ਤੋਂ ਇਲਾਵਾ ਕੋਈ ਸਕਿੱਲ ਵੀ ਉਹਨਾਂ ਕੋਲ ਸੀਗੀ। ਇਸ ਕਰਕੇ ਅਜਿਹੇ ਔਰਤਾਂ ਨੂੰ ਨਾਲ ਲੈ ਕੇ ਉਹ ਕੰਮ ਕਰਨਾ ਕੰਪੈਰੇਟਿਵਲੀ ਆਸਾਨ ਸੀਗਾ, ਬਜ਼ਾਤੇ ਕਿ ਕੋਈ ਇਸ ਤਰ੍ਹਾਂ ਦਾ ਫੌਜ ਦੇ ਵਿੱਚ ਲੋਕ ਹਜੂਮ ਭਰਤੀ ਕਰ ਲੈਣ ਜਿਹੜੇ ਕਿ ਸ਼ਾਇਦ ਟ੍ਰੇਨਡ ਨਾ ਹੋਣ। ਤੇ ਉਸ ਸਾਰੀ ਚੀਜ਼ ਨੂੰ ਕੈਪੀਟਲਾਈਜ਼ ਕਰਦੇ ਹੋਏ, ਉਹਦਾ ਪੂਰਾ ਫਾਇਦਾ ਉਠਾਉਂਦੇ ਹੋਏ ਕੈਪਟਨ ਲక్ష్ਮੀ ਸਹਿਗਲ ਹੋਣਾ ਨੇ ਇਹ ਸਾਰਾ ਸਿਲਸਿਲਾ ਸ਼ੁਰੂ ਕੀਤਾ। ਔਰ ਜਦ ਇੱਕ ਔਰਤ ਕਿਸੇ ਜੰਗ ਦੇ ਵਿੱਚ, ਇੱਕ ਮੁਹਿੰਮ ਦੇ ਵਿੱਚ ਸ਼ਾਮਿਲ ਹੁੰਦੀ ਹੈ, ਉਹਦਾ ਜਿਹੜਾ ਪ੍ਰਭਾਵ ਹੈ ਉਹ ਕਈ ਤਰੀਕੇ ਨਾਲ ਪੈਂਦਾ ਹੈ, ਕਿਉਂਕਿ ਇਕੱਲੀ ਔਰਤ ਨਹੀਂ ਹੁੰਦੀ, ਪੂਰਾ ਪਰਿਵਾਰ ਹੁੰਦਾ, ਪਰਿਵਾਰ ਦੇ ਨਾਲ ਦੂਸਰੇ ਰਿਸ਼ਤੇਦਾਰ ਜੁੜਦੇ ਹੈ। ਇਸ ਕਰਕੇ ਇਹ ਜਿਹੜਾ ਆਜ਼ਾਦ ਹਿੰਦ ਫੌਜ ਦੇ ਵਿੱਚ ਲక్ష్ਮੀ ਬਾਈ ਰੈਜੀਮੈਂਟ ਬਣਨ ਦੇ ਨਾਲ ਇੱਕ ਬਹੁਤ ਹੀ ਜਿਹੜਾ ਇੱਕ ਸ਼ਡਰ ਜਿਹਨੂੰ ਕਹਿੰਦੇ ਆ, ਇਸ ਤਰੀਕੇ ਦਾ ਰੋਸ਼ ਵੀ ਔਰ ਡਰ ਵੀ ਪੈਦਾ ਹੋ ਗਿਆ ਅੰਗਰੇਜ਼ੀ ਹਕੂਮਤ ਦੇ ਵਿੱਚ ਕਿ ਸ਼ਾਇਦ ਹੁਣ ਉਹਨਾਂ ਦਾ ਇਸ ਨੂੰ ਕੰਟਰੋਲ ਕਰਨਾ ਸ਼ਾਇਦ ਸੰਭਵ ਨਾ ਹੋਵੇ। ਇਸ ਕਰਕੇ ਇਸ ਆਜ਼ਾਦ ਹਿੰਦ ਫੌਜ ਦਾ ਜਿਹੜੀ ਵੀ ਕੋਈ ਕਾਰਵਾਈ ਸੀ, ਉਸ ਨੂੰ ਬਹੁਤ ਬੁਰੀ ਤਰ੍ਹਾਂ ਕ੍ਰਸ਼ ਕਰਨ ਦੀ, ਦਬਾਉਣ ਦੀ ਬਹੁਤ ਜ਼ਿਆਦਾ ਲੋੜ ਸੀ ਉਹਨਾਂ ਨੂੰ ਮਨ 'ਚ, ਔਰ ਉਹਨਾਂ ਨੇ ਇਹਨੂੰ ਕੀਤਾ ਵੀ। ਔਰ ਸਿੰਗਾਪੁਰ ਦੇ ਨੇ ਜਦ ਸਰੈਂਡਰ ਕੀਤਾ ਉਸ ਪ੍ਰੈਸ਼ਰ ਦੇ ਅੰਡਰ ਔਰ ਜੈਪਨੀਜ਼ ਫੌਜ ਦੇ ਅੱਗੇ, ਉਸ ਟਾਈਮ ਬਹੁਤ ਸਾਰੇ INA ਦੇ ਫੌਜ ਦੇ ਜਿਹੜੇ ਲੀਡਰ ਸੀਗੇ ਉਹ ਸਾਰੇ ਅਰੈਸਟ ਹੋਏ। ਲక్ష్ਮੀ ਬਾਈ ਜੀ ਵੀ ਅਰੈਸਟ ਹੋਏ, ਉਹਨਾਂ ਦੇ ਨਾਲ ਬਹੁਤ ਸਾਰੇ ਹੋਰ ਜਿਹੜੇ ਉਸ ਟਾਈਮ ਸੀਨੀਅਰ ਲੀਡਰ ਸੀਗੇ, ਮੇਲ ਫੀਮੇਲ, ਉਹ ਸਾਰੇ ਦੇ ਸਾਰੇ ਅਰੈਸਟ ਹੋਏ ਔਰ ਬਰਮਾ ਲਿਜਾਇਆ ਗਿਆ ਇਹਨਾਂ ਨੂੰ, ਕਿਉਂਕਿ ਬਰਮਾ ਤੋਂ ਇੰਫਾਲ ਆਉਣ ਦੀ ਤਿਆਰੀ ਕਰ ਰਹੇ ਸੀ, ਹਿੰਦੁਸਤਾਨ ਆਉਣ ਦੀ ਤਿਆਰੀ ਕਰ ਰਹੇ ਸੀ। ਔਰ ਉੱਥੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਔਰ ਅਰੈਸਟ ਕਰਨ ਤੋਂ ਬਾਅਦ ਕਈ ਕਿਸਮ ਦੇ ਪ੍ਰੈਸ਼ਰਸ ਵੀ ਪਾਏ ਗਏ ਔਰ ਲੰਬੇ ਸਮੇਂ ਤੱਕ ਲਗਭਗ 6 ਤੋਂ 8 ਮਹੀਨੇ ਤੱਕ ਡਿਊਰਿੰਗ ਅਰੈਸਟ ਰਹੇ। ਲੇਕਿਨ ਇਹਨਾਂ ਦੇ ਇਸ ਸਾਰੇ ਕਾਸੇ ਤੋਂ ਬਾਵਜੂਦ ਵੀ ਇਹਨਾਂ ਦੇ ਜਿਹੜੇ ਹੌਸਲੇ ਸੀਗੇ ਉਹ ਬਿਲਕੁਲ ਵੀ ਉਹਨਾਂ 'ਚ ਕੋਈ ਕਮੀ ਨਹੀਂ ਆਈ। ਇਹਨਾਂ ਨੇ ਆਪਣੀ ਜਿਹੜੀ ਇੱਕ ਟੀਚਾ ਰੱਖਿਆ ਸੀਗਾ ਉਸ ਨੂੰ ਲਗਾਤਾਰ ਹੋਰ ਤਿੱਖਾ ਹੀ ਕੀਤਾ ਡਿਊਰਿੰਗ ਅਰੈਸਟ ਵੀ। ਔਰ ਇਹ ਜਿਹੜੀ ਭਾਵਨਾ ਉਸ 5-6 ਹਜ਼ਾਰ ਔਰਤਾਂ ਦੇ ਵਿੱਚ ਭਰ ਰਹੀ, ਉਹ ਸਾਰੀ ਦੁਨੀਆ ਦੇ ਵਿੱਚ ਉਹ ਸੰਦੇਸ਼ ਗਿਆ। ਹਿੰਦੁਸਤਾਨ 'ਚ ਜੋ ਉਸ ਟਾਈਮ ਅੰਦਰ ਬੈਠ ਕੇ ਲੜਾਈ ਲੜੀ ਜਾ ਰਹੀ ਸੀਗੀ, ਇਹ ਬਾਹਰ ਸੀਗੇ ਔਰ ਹਿੰਦੁਸਤਾਨ ਦੇ ਵਿੱਚ ਇਹ ਜੋ ਇਸ ਮੈਸੇਜ ਆਇਆ, ਉਸ ਮੈਸੇਜ ਨੇ ਹਿੰਦੁਸਤਾਨ ਦੇ ਜਿਹੜੇ ਆਜ਼ਾਦੀ ਦੇ ਗੁਲਾਟੀ ਸੀਗੇ ਉਸ ਟਾਈਮ, ਜਿਹੜੇ ਔਰਤਾਂ ਸੀਗੀਆਂ, ਉਹ ਹੋਰ ਤਿੱਖਾ ਵਿਰੋਧ ਹੋਇਆ, ਜਿਹਦਾ ਹੀ ਸਬਬ ਬਣਿਆ ਕਿ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ। ਕਹਿਣ ਦਾ ਭਾਵ ਹੈ ਕਿ ਜਿਹੜੀ ਲక్ష్ਮੀ ਬਾਈ ਰੈਜੀਮੈਂਟ ਨੇ ਇੱਕ ਬਹੁਤ ਵੱਡਾ ਚਮਤਕਾਰੀ ਔਰ ਇਤਿਹਾਸਕਾਰੀ ਔਰ ਫੈਸਲਾਕੁਨ ਜਿਹੜਾ ਹੈ ਪ੍ਰਭਾਵ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਔਰਤਾਂ ਜਾਂ ਆਦਮੀ ਜਾਂ ਜੋ ਵੀ ਕਿਸੇ ਤਬਕੇ ਦੇ ਨਾਲ ਸੰਬੰਧਿਤ ਜੋ ਆਜ਼ਾਦੀ ਦੀ ਮੁਹਿੰਮ ਵਾਸਤੇ ਲੜਾਈ ਕਰ ਰਹੇ ਸੀ, ਉਹਨੂੰ ਸੰਗਠਿਤ ਕਰਨ ਵਾਸਤੇ, ਹੁਣ ਉਹਨੂੰ ਹੋਰ ਤਿੱਖਾ ਕਰਨ ਵਾਸਤੇ ਬਹੁਤ ਵੱਡਾ ਫੈਸਲਾ ਔਰ ਯੋਗਦਾਨ
ਅਦਾ ਕੀਤਾ। ਔਰ ਇਸ ਕਰਕੇ ਹੀ ਲక్ష్ਮੀ ਸਹਿਗਲ ਜੀ ਨੂੰ ਬਹੁਤ ਇੱਜ਼ਤ ਦੇ ਨਾਲ ਜਿਹੜਾ ਹੈ ਅੱਜ ਦੇ ਦੇਸ਼ ਦੇ ਅੱਜ ਦੇ ਸਮੇਂ 'ਚ ਵੀ ਮੌਜੂਦਾ ਸਮੇਂ 'ਚ ਵੀ ਅਸੀਂ ਯਾਦ ਕਰਦੇ ਹਾਂ। ਮੈਂ ਇਹ ਸੋਚਦਾ ਸ਼ਾਇਦ ਇਹ ਕੋਇਨਸੀਡੈਂਸ ਹੋਵੇ, ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਦੇ ਨਾਮ ਤੋਂ ਹੀ ਲక్ష్ਮੀ ਤੋਂ ਹੀ ਸ਼ਾਇਦ ਨੇਤਾ ਜੀ ਨੂੰ ਇਹ ਨਾਮ ਸੁਝਿਆ ਹੋਣਾ ਕਿ ਲక్ష్ਮੀ ਬਾਈ ਰੈਜੀਮੈਂਟ ਨਾਂ ਰੱਖਿਆ ਜਾਵੇ। ਹੋ ਸਕਦਾ ਹੈ ਇਹ ਕਾਰਨ ਬਣੇ ਹੋਣ, ਮੇਰਾ ਆਪਣਾ ਓਪੀਨੀਅਨ ਨਹੀਂ ਬਿਲਕੁਲ ਠੀਕ ਹੈ। ਸੋ ਇੱਕ ਨਾ ਦੁਨੀਆ ਦੀ ਮਸ਼ਹੂਰ ਕਿਤਾਬ ਹੈ ਆਰਟ ਆਫ ਵਾਰ, ਜੋ ਸ਼ੈਨ ਸ਼ੂਈ ਨੇ ਲਿਖੀ ਹੈ। ਉਹਦੇ 'ਚੋਂ ਲਿਖਦੇ ਨੇ, ਚੀਨ ਦੀ ਧਰਤੀ ਤੋਂ ਇਹ ਕਿਤਾਬ ਸਾਡੀ ਦੁਨੀਆ ਨੂੰ ਮਿਲਦੀ ਹੈ। ਉਹਦੇ 'ਚੋਂ ਲਿਖਦੇ ਨੇ ਕਿ ਜੇ ਤੁਸੀਂ ਨਾ ਆਪਣੇ ਆਪ ਨੂੰ ਜਾਣਦੇ ਹੋ ਨਾ ਆਪਣੇ ਦੁਸ਼ਮਣ ਨੂੰ ਜਾਣਦੇ ਹੋ ਪੂਰੀ ਤਰ੍ਹਾਂ, ਤਾਂ ਤੁਸੀਂ ਹਾਰ ਨਿਸ਼ਚਿਤ ਹੈ ਤੁਹਾਡੀ, ਤੁਸੀਂ ਹਾਰੋਗੇ ਜ਼ਰੂਰ। ਜੇ ਸਿਰਫ ਆਪਣੇ ਆਪ ਨੂੰ ਜਾਣਦੇ ਹੋ ਪੂਰੀ ਤਰ੍ਹਾਂ, ਆਪਣੇ ਦੁਸ਼ਮਣ ਨੂੰ ਨਹੀਂ ਜਾਣਦੇ ਪੂਰੀ ਤਰ੍ਹਾਂ, ਤਾਂ ਵੀ ਜਿੱਤ ਦੇ ਜਿਹੜੇ ਚਾਂਸਸ ਨੇ ਉਹ 50-50 ਨੇ। ਤੁਸੀਂ ਜਿੱਤ ਵੀ ਸਕਦੇ ਹੋ, ਹਾਰ ਵੀ ਸਕਦੇ ਹੋ। ਪਰ ਜੇ ਪੂਰੀ ਤਰ੍ਹਾਂ ਜਿੱਤਣਾ ਹੈ, ਤੁਸੀਂ ਆਪਣੇ ਆਪ ਨੂੰ ਵੀ ਪੂਰੀ ਤਰ੍ਹਾਂ ਜਾਣੋ ਤੇ ਤੁਸੀਂ ਆਪਣੇ ਦੁਸ਼ਮਣ ਨੂੰ ਵੀ ਪੂਰੀ ਤਰ੍ਹਾਂ ਜਾਣੋ, ਤਾਂ ਤੁਸੀਂ ਲੜਾਈ ਨੂੰ ਜਿੱਤਣ ਦੇ ਯੋਗ ਹੋ ਸਕਦੇ ਹੋ। ਇਹ ਆਰਟ ਆਫ ਵਾਰ ਦੇ ਵਿੱਚ ਸ਼ੈਨ ਸ਼ੂਈ ਲਿਖਦਾ ਹੈ ਆਪਣੀ ਕਿਤਾਬ ਦੇ ਵਿੱਚ। ਸੋ ਮੇਰਾ ਮਕਸਦ ਹੈ ਇਹ ਸਵਾਲ ਪੁੱਛਣ ਦਾ ਕਿ ਉਹ ਸਟ੍ਰੈਟਜੀ ਕੀ ਸੀ, ਉਹ ਟ੍ਰੇਨਿੰਗ ਕਿੱਦਾਂ ਸੀਗੀ? ਕਿਉਂਕਿ ਅਸੀਂ ਇੱਕ ਰੈਜੀਮੈਂਟ ਬਣਾ ਲਈ, ਉਹਨਾਂ ਨੂੰ ਟ੍ਰੇਨਿੰਗ ਵੀ ਤਾਂ ਦੇਣੀ ਹੈ ਨਾ, ਗੋਲੀ ਚਲਾਉਣੀ ਸਿਖਾਉਣੀ, ਬੰਦੂਕਾਂ ਚਲਾਉਣੀਆਂ ਸਿਖਾਉਣੀਆਂ ਨੇ, ਔਰ ਹੋਰ ਵੀ ਜਿਹੜੇ ਮੁਸ਼ਕਿਲਾਂ ਪੇਸ਼ ਆਉਂਦੀਆਂ ਨੇ ਲੜਾਈ ਦੇ ਦੌਰਾਨ, ਭੋਜਨ ਦੀ ਸਮੱਸਿਆ, ਤੁਹਾਨੂੰ ਚੋਟ ਲੱਗ ਗਈ, ਤੁਹਾਨੂੰ ਗੋਲੀ ਲੱਗ ਗਈ, ਉਹ ਕਿੱਦਾਂ ਉਹਨਾਂ ਦੀ ਮਦਦ ਕਰਨੀ ਹੈ, ਡੈਥਸ ਵੀ ਹੋਣਗੀਆਂ, ਉਹਨਾਂ ਨੂੰ ਕਿੱਦਾਂ ਸੰਭਾਲਣਾ ਹੈ। ਇਹ ਸਾਰੀ ਸਟ੍ਰੈਟਜੀ, ਇਹ ਸਾਰੀ ਟ੍ਰੇਨਿੰਗ ਕਿੱਦਾਂ ਹੋਈ ਆਰਟ ਆਫ ਵਾਰ ਦੀ? ਜਦ ਬਚਪਨ 'ਚ ਜੋ ਘਰ ਦੇ ਵਿੱਚ ਮਾਹੌਲ ਸੀਗਾ, ਉੱਥੇ ਹੀ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ, ਉਹਨਾਂ ਨੇ ਇਹ ਸੋਚਿਆ ਸੀਗਾ ਕਿ ਜਿਹੜੀ ਲੜਾਈ ਹੈ ਇਹ ਬਹੁਤ ਵੱਡੀ ਲੜਾਈ ਹੈ, ਗਿਆਨ ਦੇ ਬਿਨਾਂ ਇਹ ਲੜਾਈ ਨਹੀਂ ਜਿੱਤੀ ਜਾ ਸਕਦੀ। ਸਿਰਫ ਸਰੀਰਕ ਸਿਹਤ ਦੇ ਔਰ ਤਗੜੇ ਹੋਣ ਦੇ ਨਾਲ ਇਹ ਲੜਾਈ ਨਹੀਂ ਜਿੱਤੀ ਜਾ ਸਕਦੀ। ਇਸ ਕਰਕੇ ਹੀ ਪੜ੍ਹਾਈ ਦੀ ਅਹਿਮੀਅਤ ਉਹਨਾਂ ਨੂੰ ਪਤਾ ਸੀ। ਇਸ ਕਰਕੇ ਸਾਇੰਸ ਪੜ੍ਹੀ, ਡਾਕਟਰ ਬਣੇ, ਸਿੰਗਾਪੁਰ ਗਏ। ਔਰ ਉਸ ਟਾਈਮ ਜੋ ਉੱਥੇ ਸਿੰਗਾਪੁਰ ਦੇ ਜਿਹੜੀ ਉਸ ਤੋਂ ਪਹਿਲਾਂ ਵੀ ਲੜਾਈ ਚੱਲ ਰਹੀ ਸੀ, ਉਹਦੇ 'ਚ ਜਿਹੜੇ ਵੂੰਡਿਡ ਸੋਲਜਰ ਸੀਗੇ, ਉਹਦੇ ਵਿੱਚ ਡਬਲ ਭੂਮਿਕਾ ਨਿਭਾਈ, ਮੋਟੀਵੇਟ ਕਰਨਾ, ਆਪ ਲੀਡ ਲੈ ਕੇ ਨਾਲ ਮੈਡੀਕਲ ਜਿਹੜੀ ਹੈ ਜਿਹੜੀ ਜ਼ਰੂਰਤ ਹੈ ਉਹ ਵੀ ਪੂਰੀ ਕਰਨੀ। ਜਿਹੜੀ ਗੱਲ ਤੁਸੀਂ ਕਹਿੰਦੇ ਕਿ ਟ੍ਰੇਨਿੰਗ ਕਿਸ ਤਰ੍ਹਾਂ ਹੈ, ਇਸ ਟ੍ਰੇਨਿੰਗ ਜਦ ਆਜ਼ਾਦ ਹਿੰਦ ਫੌਜ ਬਣੀ ਸੁਭਾਸ਼ ਚੰਦਰ ਬੋਸ ਜੀ ਦੇ ਜਾਣ ਤੋਂ ਪਹਿਲਾਂ ਸਿੰਗਾਪੁਰ ਦੇ ਵਿੱਚ ਜਿਹੜੇ ਲੋਕੀ ਇਹਦੇ ਵਾਸਤੇ ਕੰਮ ਕਰ ਰਹੇ ਸੀਗੇ, ਉਹਦੇ ਵਿੱਚ ਟ੍ਰੇਨਡ ਲੋਕ ਸੀਗੇ ਮਿਲਟਰੀ ਦੇ। ਉਹਦੇ ਵਿੱਚ ਉਹ ਲੋਕ ਸੀਗੇ ਮਿਲਟਰੀ ਦੇ ਅਲੱਗ-ਅਲੱਗ ਪੱਧਰ 'ਤੇ ਜਿਨ੍ਹਾਂ ਨੇ ਕੰਮ ਕੀਤਾ ਸੀਗਾ, ਜਿਨ੍ਹਾਂ ਨੂੰ ਇਸ ਗੱਲ ਦਾ ਇਲਮ ਸੀਗਾ, ਉਹਨਾਂ ਕੋਲ ਇਹ ਗਿਆਨ ਤਾਂ ਸੀਗਾ, ਲੇਕਿਨ ਉਸ ਚੀਜ਼ਾਂ ਸਾਰੀ ਚੀਜ਼ਾਂ ਨੂੰ ਪਿਰੋਣਾ ਕਿਵੇਂ ਹੈ, ਇਕੱਠੇ ਕਿਵੇਂ ਕਰਨਾ ਹੈ, ਉਹ ਸਾਰੀ ਚੀਜ਼ਾਂ ਦਾ ਅਭਾਵ ਸੀਗਾ, ਉਹਦੀ ਘਾਟ ਸੀਗੀ। ਅਤੇ ਸੁਭਾਸ਼ ਚੰਦਰ ਬੋਸ ਜੀ ਦੇ ਉੱਥੇ ਜਾਣ 'ਤੇ ਲక్ష్ਮੀ ਬਾਈ ਦੇ ਨਾਲ ਜੁੜਨ ਦੇ ਕਾਰਨ, ਲక్ష్ਮੀ ਸਹਿਗਲ ਜੀ ਦੇ ਨਾਲ ਜੁੜਨ ਦੇ ਨਾਲ 5-6 ਹਜ਼ਾਰ ਇੱਕ ਔਰਤਾਂ ਦਾ ਨਾਲ ਜੁੜਨਾ, ਉਹ ਸਾਰੀਆਂ ਚੀਜ਼ਾਂ ਮਿਲਟਰੀ ਟੈਕਨੀਕ ਉਹਨਾਂ ਕੋਲ ਸੀਗੀ, ਇਹਨਾਂ ਕੋਲ ਮੈਡੀਕਲ ਗਿਆਨ ਸੀਗਾ। ਨੇਤਾ ਜੀ ਕੋਲ ਇੱਕ ਰੋਡ ਮੈਪ ਸੀਗਾ ਬਿਲਕੁਲ ਕਲੀਅਰ ਕਿ ਆਜ਼ਾਦੀ ਕਿਵੇਂ ਕਿਵੇਂ ਲੈਣੀ ਹੈ, ਕਿੱਥੋਂ ਕਿਹੜਾ ਰੂਟ ਬਣਾਉਣਾ ਹੈਗਾ, ਕਿਵੇਂ ਇੱਥੋਂ ਜਿੱਦਾਂ ਜਿਵੇਂ ਗਏ ਸੀਗੇ ਬਾਹਰ ਨੇਤਾ ਜੀ, ਬਾਹਰੋਂ ਇਕੱਠੇ ਕਰਕੇ ਲੋਕ ਹਿੰਦੁਸਤਾਨ 'ਚ ਕਿਵੇਂ ਐਂਟਰ ਕਰਨਾ ਅਤੇ ਕਿਵੇਂ ਲੜਾਈ ਲੜਨੀ ਹੈਗੀ ਆ, ਉਹ ਸਾਰੀ ਸਿਲਸਿਲੇਵਾਰ ਰੋਡ ਮੈਪ ਉਹਨਾਂ ਦੇ ਦਿਮਾਗ 'ਚ ਸੀਗਾ। ਅਤੇ ਇਹ ਸਾਰੀ ਚੀਜ਼ਾਂ ਇਕੱਠੀਆਂ ਹੋ ਗਈਆਂ ਔਰ ਇਸ ਇਕੱਠੇ ਹੋਣ ਦੇ ਕਾਰਨ ਹੀ ਜਿਹੜੀ ਰੈਜੀਮੈਂਟ ਬਣੀ, ਉਹ ਰੈਜੀਮੈਂਟ ਦੇ ਵਿੱਚ ਉਹ ਸਾਰੀ ਲੋੜਾਂ ਪੂਰੀਆਂ ਹੋ ਗਈਆਂ ਔਰ ਟ੍ਰੇਨਿੰਗ ਵੀ ਹੋਈ, ਉਹਨਾਂ ਦੀ ਮੈਡੀਕਲ ਫੈਸਿਲਿਟੀਜ਼ ਉਹ ਵੀ ਅਵੇਲੇਬਲ ਸੀਗੀਆਂ। ਕਰਨਾ ਕੀ ਹੈ ਉਹਦਾ ਰੋਡ ਮੈਪ ਬਿਲਕੁਲ ਸਾਹਮਣੇ ਸੀਗਾ, ਬਿਲਕੁਲ ਸਪਸ਼ਟ। ਇਹ ਸਾਰੀ ਚੀਜ਼ਾਂ ਦੇ ਕਾਰਨ ਹੀ ਸਭ ਕੁਝ ਹੋਇਆ ਔਰ ਉਹਦੇ ਕਾਰਨ ਹੀ ਨੇਤਾ ਜੀ ਨੇ ਆਪਣੀ ਜਿਹੜੀ ਆ ਪ੍ਰੋਕਲੇਮੇਸ਼ਨ ਆਫ ਇੰਡੀਅਨ ਗਵਰਨਮੈਂਟ ਕਰਤੀ, ਸਰਕਾਰ ਬਣਾ ਦਿੱਤੀ ਉਹਨਾਂ ਨੇ, ਜਿਸ ਸਰਕਾਰ ਨੂੰ ਅੱਜ ਦੇਸ਼ ਦੇ ਔਰ ਵਿਦੇਸ਼ ਦੇ ਸਾਰੀ ਦੁਨੀਆ ਦੇ ਮਾਹਿਰ ਕਹਿੰਦੇ ਕਿ ਉਸ ਟਾਈਮ ਨੂੰ ਮਾਨਤਾ ਦਿੱਤੀਆਂ, ਦੇਸ਼ ਦੇ ਦੁਨੀਆ ਦੇ ਕਈ ਦੇਸ਼ਾਂ ਨੇ ਉਸ ਸਰਕਾਰ ਨੂੰ ਮਾਨਤਾ ਦਿੱਤੀ। ਜਰਮਨ ਹਿਟਲਰ ਨੇ ਵੀ ਦਿੱਤੀ ਸੀ ਜੀ, और जर्मन ने तो नेताजी के बारे बहुत कुछ किया है क्योंकि हुण मौका नहीं है, टमा नहीं है, लेकिन उन्होंने सलूट किया नेताजी की लीडरशिप नूं कि ये जो काम उन्होंने किया। और उस आज़ाद हिंद जिहड़ी सरकार बनी, पहली सरकार देश की, उस दे विच कैबिनेट जिहड़े मिनिस्टर बने उहदे च भी कैबिनेट मिनिस्टर का रैंक भी जिहड़ा है लक्ष्मी सहगल जी तो नवाजिया गया। वो इस करके सीगा कि इन्हां दे अंदर सारियां क्वालिटीज़ जिहड़ियां है नज़र सीगियां आ रही सी, एक मौके की तलाश सीगी, वो मौका आज़ाद हिंद फौज ने दिता और उस मौके के बाद उस नूं कैश करते हुए अपनी जिहड़ियां स्किल्स सीगियां, जो अंदर एक कलावां सीगियां, जो ज्ञान सीगा, उहदा भरपूर शानदार प्रदर्शन किया, ना केवल आप बल्कि समाज के सारे वर्गों के औरतों नाल लैके। और केवल गल औरतों तक नहीं रह गई सी सीमित, जब तुसीं कैबिनेट मिनिस्टर बन जाते हो फिर एक सरकार दे विच बैठ के उस सरकार दी नीतियां वो पूरा का पूरा जो चार्टर पढ़ो तुसीं हैरान हो जाते हो कि देश आज़ाद होने के बावजूद भी
ਸਾਨੂੰ ਕਨਸਟੀਟਿਊਸ਼ਨ ਬਣਾਇਆ ਕਿ ਕਿੰਨਾ ਪਿਆ, ਕਿੰਨਾ ਲੰਬਾ ਸਮੇਂ ਲੱਗਿਆ, ਤੇ ਨੇਤਾ ਜੀ ਨੇ ਔਰ ਕੁਝ ਲੋਕਾਂ ਨੇ ਮਿਲ ਕੇ ਪਹਿਲਾਂ ਹੀ ਸਭ ਕੁਝ ਬਣਾ ਦਿੱਤਾ ਸੀਗਾ। ਕੈਬਨਿਟ ਬਣ ਗਈ, ਸਰਕਾਰ ਬਣ ਗਈ, ਤਾਂ ਬੜਾ ਵੱਡਾ ਕੰਮ ਕੀਤਾ ਔਰ ਉਹਦੇ 'ਚ ਇੱਕ ਬੜੀ ਵੱਡੀ ਜ਼ਿੰਮੇਵਾਰੀ ਕੈਬਨਿਟ ਮਿਨਿਸਟਰ ਦੀ ਲక్ష్ਮੀ ਸਹਿਗਲ ਜੀ ਨੂੰ ਮਿਲੀ ਹੈ। ਮੈਂ ਸੋਚ ਕੇ ਹੈਰਾਨ ਹੋਣਾ ਕਿ ਇੰਨੇ ਇੰਟੈਲੀਜੈਂਟ ਲੋਕ, ਇੰਨੇ ਪੜ੍ਹੇ ਲਿਖੇ ਲੋਕ ਸਾਨੂੰ ਗਾਈਡ ਕਰਦੇ ਰਹੇ ਨੇ, ਸ਼ੁਰੂ ਤੋਂ ਆਜ਼ਾਦੀ ਦੀ ਮੁਹਿੰਮ ਲੈ ਕੇ ਚੱਲਦੇ ਰਹੇ ਨੇ। ਨੇਤਾ ਜੀ ਸੁਭਾਸ਼ ਚੰਦਰ ਬੋਸ ਇੰਡੀਅਨ ਸਿਵਲ ਸਰਵਿਸਿਜ਼ ICS ਟੌਪਰ, ਔਰ ਉਸ ਤੋਂ ਬਾਅਦ ਰਿਜ਼ਾਈਨ ਕੀਤਾ, ਫਿਰ ਮੇਅਰ ਬਣੇ, ਫਿਰ ਰਿਜ਼ਾਈਨ ਕੀਤਾ, ਫਿਰ ਪਤਾ ਨਹੀਂ ਕਿੱਦਾਂ ਛੁਪਦੇ ਛਪਾਉਂਦੇ ਕਿਸ ਰਸਤੇ ਤੋਂ ਜਾ ਕੇ ਵਿਦੇਸ਼ੀ ਧਰਤੀ ਦੇ ਉੱਤੇ ਜਾ ਕੇ ਉੱਥੋਂ ਦੇ ਲੋਕਾਂ ਨੂੰ ਮੋਟੀਵੇਟ ਕਰਕੇ ਇੱਕ ਫੌਜ ਖੜੀ ਕਰ ਦੇਣੀ। ਕਮਾਲ ਦਾ ਇੱਕ ਪਰਸਨੈਲਿਟੀ ਹੈ। ਔਰ ਇਹੀ ਬੜਾ ਵੱਡਾ ਕਾਰਨ ਸੀਗਾ ਕਿ ਆਜ਼ਾਦ ਹਿੰਦ ਫੌਜ ਬਣੀ। ਜਦ ਲੋਕਾਂ ਦੇ ਮਨ 'ਚ ਵਿਸ਼ਵਾਸ ਹੋ ਗਿਆ ਕਿ ਇਹ ਇਕੱਲਾ ਬੰਦਾ ਹੀ ਐਡਾ ਵੱਡਾ ਕੰਮ ਕਰ ਸਕਦਾ ਹੈ, ਤੇ ਜੇ ਅਸੀਂ ਇਹਨੂੰ ਸਪੋਰਟ ਕਰੀਏ, ਇਸ ਦੇ ਵਿਚਾਰਾਂ ਦਾ ਸਮਰਥਨ ਕਰੀਏ, ਜੋ ਇਹਦੀ ਸੋਚ ਹੈ ਉਸ 'ਤੇ ਪਹਿਰਾ ਦਈਏ, ਤਾਂ ਜੋ ਆਜ਼ਾਦੀ ਦੀ ਲੜਾਈ ਅਸੀਂ ਲੜ ਰਹੇ ਹਾਂ, ਜਿਸ ਟੀਚੇ ਵਾਸਤੇ ਲੜ ਰਹੇ ਹਾਂ, ਸ਼ਾਇਦ ਉਸ ਟੀਚਾ ਹਾਸਿਲ ਕਰਨਾ ਸੰਭਵ ਹੋਵੇਗਾ। ਇੱਕ ਪਾਸੇ ਭਾਰਤ ਦੇ ਵਿੱਚ ਲੜਾਈ ਲੜੀ ਜਾ ਰਹੀ ਸੀਗੀ, ਉਹਦੇ ਵਿੱਚ ਕਈ ਕਿਸਮ ਦੇ ਗਰਮ ਦਲ, ਨਰਮ ਦਲ, ਕਈ ਕਿਸਮ ਚੱਲ ਰਹੇ ਸੀ। ਇੱਕ ਪਾਸੇ ਉਹ ਬੰਦਾ ਬਾਹਰੋਂ ਇਕੱਠਾ ਕਰਕੇ, ਆਰਗੇਨਾਈਜ਼ ਕਰਕੇ ਉਸੇ ਕੰਮ ਵਾਸਤੇ ਇੱਕ ਬਾਹਰਲੇ ਲੋਕਾਂ ਨੂੰ, ਬਾਹਰਲੇ ਦੇਸ਼ਾਂ ਨੂੰ ਨਾਲ ਜੋੜ ਲਿਆ ਉਹਨੇ, ਤੇ ਉਹਨੂੰ ਲੱਗਦਾ ਸੀਗਾ ਕਿ ਇਸ ਸੋਚ ਨੂੰ ਵੀ ਅਸੀਂ ਹੋਰ ਤਿੱਖਾ ਕਰੀਏ ਤਾਂ ਸ਼ਾਇਦ ਇਹ ਸਾਰੀ ਚੀਜ਼ਾਂ ਜਦ ਇਕੱਠੀਆਂ ਹੋ ਗਈ ਤਾਂ ਆਜ਼ਾਦੀ ਸਾਨੂੰ ਬਹੁਤ ਜਲਦੀ ਮਿਲੂਗੀ। ਔਰ ਇਹ ਗੱਲ ਵੱਡੀ ਸੱਚੀ ਹੈ ਕਿ ਜੇ IN ਨੇ ਨਾ ਬਣਦੀ ਤਾਂ ਸ਼ਾਇਦ ਆਜ਼ਾਦੀ ਸਾਡੀ ਡਿਲੇ ਹੋ ਸਕਦੀ ਸੀ, ਡਿਨਾਈ ਹੋ ਸਕਦੀ ਸੀ, ਕੁਝ ਵੀ ਹੋ ਸਕਦਾ ਸੀਗਾ। IN ਹੈ ਜੋ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਬਣਾਈ ਹੈ, ਉਹਦਾ ਬਹੁਤ ਵੱਡਾ ਯੋਗਦਾਨ ਹੈ, ਉਸ ਨੂੰ ਨਕਾਰਿਆ ਨਹੀਂ ਜਾ ਸਕਦਾ। तुम मुझे खून दो मैं तुम्हें आज़ादी दूंगा, आज़ाद हिंद फौज, नेताजी सुभाष चंद्र बोस। और इन्ना इंटैलीजेंट बंदा जिसने इन्ना कुछ करके दिखाया। और मैं कई बार सोचदा कि जे नेताजी सुभाष चंद्र बोस वर्गे, भगत सिंह वर्गे अज इंसान होण साडे विच, साडे भारत दे विच, ਤਾਂ ਮੇਰੇ ਖਿਆਲ ਭਾਰਤ ਦਾ ਮੂੰਹ ਮੁਹਾਂਦਰਾ ਹੀ ਬਦਲ ਕੇ ਰੱਖ ਦੇਣਗੇ। ਨਵੀਆਂ ਗੱਲਾਂ ਆਉਣਗੀਆਂ, ਔਰ ਜੋ ਸਾਡੇ ਸਾਰਿਆਂ ਦੇ ਸੁਪਨੇ ਨੇ ਨਾ ਆਜ਼ਾਦ ਦੇਸ਼ ਨੂੰ ਲੈ ਕੇ, ਆਜ਼ਾਦ ਭਾਰਤ ਨੂੰ ਲੈ ਕੇ, ਉਹ ਸਾਰੇ ਸੁਪਨੇ ਸੱਚ ਹੋਣਗੇ। ਐਸੇ ਜ਼ਬਰਦਸਤ ਰੀੜ ਦੀ ਹੱਡੀ ਵਾਲੇ ਇਨਸਾਨ ਚਾਹੀਦੇ ਨੇ ਸਾਨੂੰ ਸਾਡੇ ਵਿੱਚ, ਜੋ ਸਾਨੂੰ ਗਾਈਡ ਕਰਨ, ਅੱਗੇ ਲੈ ਕੇ ਤੁਰਨ। ਸੋ ਇੱਕ ਚੀਜ਼ ਇਹਦੇ 'ਚ ਹੈ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਜਦੋਂ ਆਜ਼ਾਦ ਹਿੰਦ ਫੌਜ ਬਣਾਉਂਦੇ ਨੇ ਤਾਂ ਲక్ష్ਮੀ ਸਹਿਗਲ ਉਹਦੇ ਵਿੱਚ ਕੈਪਟਨ ਬਣਦੇ ਨੇ। ਇਹ ਸਾਰਾ ਫਾਈਨੈਂਸ ਕਿੱਥੋਂ ਆਉਂਦਾ? ਕਿਉਂਕਿ ਪੈਸੇ ਤੋਂ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ। ਅਸੀਂ ਪਹਿਲਾਂ ਵੀ ਗੱਲ ਕੀਤੀ ਹੈ, ਇਕਨੋਮੀ ਮਸਟ ਹੈ, ਇਕਨੋਮੀ ਜ਼ਰੂਰੀ ਹੈ। ਦੇਖੋ, ਪੈਸੇ ਦੀ ਗੱਲ ਜੇ ਤੁਸੀਂ ਇਹਨੂੰ ਛੱਡੀਏ, ਜੇ ਹਿੰਦੁਸਤਾਨ 'ਚ ਵੀ ਗੱਲ ਕਰੀਏ, ਉਹਨੂੰ ਯਾਦ ਹੋਣਾ ਮਹਾਤਮਾ ਗਾਂਧੀ ਨੇ ਇੱਕ ਅਲਖ ਜਗਾਉਂਦੇ ਸੀਗੇ ਕਿ ਵੀ ਪੈਸਾ ਚਾਹੀਦਾ ਦੇਸ਼ ਦੀ ਆਏ, ਤੇ ਲੋਕਾਂ ਨੇ, ਲੇਡੀਜ਼ ਨੇ ਆਪਣੇ ਮੰਗਲ ਸੂਤਰ ਤੱਕ ਜਿਹੜੇ ਉਹਦੇ 'ਚ ਦੇ ਦਿੰਦੇ ਸੀ। ਇਸੇ ਤਰੀਕੇ ਦੇ ਨਾਲ ਜਿਹੜੇ ਦੇਸ਼ ਜਿਹੜੇ ਨੇਤਾ ਜੀ ਦੀ ਸੋਚ ਤੋਂ ਪ੍ਰਭਾਵਿਤ ਸੀ, ਜਿਹੜੇ ਉਹਨੇ ਸਰਕਾਰ ਨੂੰ ਮਾਨਤਾ ਦੇ ਰਹੇ ਸੀ, ਉਹ ਜਦ ਉਹਨੂੰ ਕਹਿੰਦੇ ਕਿ ਉਹਨੇ ਸਮਰਥਨ ਕਰ ਰਹੇ ਸੀਗੇ। ਸਮਰਥਨ ਦਾ ਮਤਲਬ ਸਿਰਫ ਇੱਕ ਕਾਗਜ਼ ਦੀ ਚਿੱਠੀ ਲੈ ਕੇ ਇਹ ਨਹੀਂ ਸੀਗਾ ਜੀ ਤੁਹਾਡੇ ਨਾਲ ਆ। ਉਹ ਸਮਰਥਨ ਦੇ ਵਿੱਚ ਹਰ ਕਿਸਮ ਦਾ ਸਮਰਥਨ ਸੀਗਾ। ਪਲੱਸ ਜਿਹੜੀ ਬਹੁਤ ਵੱਡੀ ਫੌਜ, ਆਜ਼ਾਦ ਹਿੰਦ ਫੌਜ ਬਣੀ, ਉਹ ਜਿਹੜੇ ਬੰਦੇ ਉਸ ਦੇ ਸ਼ਾਮਿਲ ਸੀਗੇ, ਉਹਨਾਂ ਦੇ ਪਰਿਵਾਰ, ਉਹ ਵੀ ਸਿਰਫ ਲੜਾਈ ਵਾਸਤੇ ਨਹੀਂ ਸੀਗੇ ਉਹਦੇ ਸ਼ਾਮਿਲ, ਹਰ ਕਿਸਮ ਦਾ ਯੋਗਦਾਨ ਸੀ। ਉਹ ਸਭ ਚੀਜ਼ਾਂ ਉੱਥੋਂ ਹੀ ਪੂਰਤੀ ਹੁੰਦੀ ਰਹੀ ਹੈ ਉਹਦੀ ਗੱਲ ਦੀ। ਲੇਕਿਨ ਜਿਹੜੀ ਵੱਡੀ ਗੱਲ ਹੈ ਕਿ ਆਜ਼ਾਦ ਹਿੰਦ ਫੌਜ ਦੇ ਵਿੱਚ ਲక్ష్ਮੀ ਸਹਿਗਲ, ਅਸੀਂ ਬਾਰ-ਬਾਰ ਕਹਿ ਰਹੇ ਹਾਂ, ਇਹ ਮੈਨੂੰ ਲੱਗਦਾ ਦਰਸ਼ਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਲక్ష్ਮੀ ਸਵਾਮੀਨਾਥਨ ਤੋਂ ਲక్ష్ਮੀ ਸਹਿਗਲ ਕਿਵੇਂ ਬਣ ਗਈ ਹੈ। ਇਹ ਗੱਲ, ਕਿਉਂਕਿ ਉਹਦੇ ਵਿੱਚ ਵੀ IN ਦੀ ਭੂਮਿਕਾ ਹੈ ਆਜ਼ਾਦ ਹਿੰਦ ਫੌਜ ਦੀ ਜੀ, ਕਿਉਂਕਿ ਉਹ ਪ੍ਰੇਮ ਕੁਮਾਰ ਸਹਿਗਲ ਜੀ ਦੇ ਨਾਲ ਇਹਨਾਂ ਦਾ ਵਿਆਹ ਹੋਇਆ 1947 ਦੇ ਵਿੱਚ ਲਾਹੌਰ ਦੇ ਵਿੱਚ। ਪ੍ਰੇਮ ਕੁਮਾਰ ਸਹਿਗਲ ਜੀ ਬ੍ਰਿਟਿਸ਼ ਆਰਮੀ ਦੇ ਵਿੱਚ ਮਿਲਟਰੀ 'ਚ ਸੀਗੇ, ਔਰ ਜਦ IN ਬਣੀ ਔਰ ਉਸ ਟਾਈਮ IN ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਪਣਾ ਰੁਝਾਨ ਜਦ ਇੱਧਰ ਕੀਤਾ IN ਵੱਲ, ਤੇ ਬ੍ਰਿਟਿਸ਼ ਫੌਜ, ਕਿਉਂਕਿ ਉਹ ਬ੍ਰਿਟਿਸ਼ ਫੌਜ ਦੇ ਸਿਸਟਮ ਸਿਪਾਹੀ ਸੀਗੇ, ਬ੍ਰਿਟਿਸ਼ ਇੰਡੀਅਨ ਆਰਮੀ ਸੀਗੇ, ਤੇ ਉਹਨਾਂ ਨੇ ਇਸ ਪ੍ਰੇਮ ਕੁਮਾਰ ਸਹਿਗਲ ਜੀ ਔਰ ਉਸ ਦੇ ਨਾਲ ਗੁਰਬਖਸ਼ ਢਿੱਲੋਂ ਜੀ ਔਰ ਸ਼ਾਹ ਨਵਾਜ਼ ਜੀ, ਮੇਜਰ ਜਨਰਲ ਸ਼ਾਹ ਨਵਾਜ਼ ਜੀ, ਇਹਨਾਂ ਤਿੰਨਾਂ ਦੇ ਉੱਪਰ ਕੋਰਟ ਮਾਰਸ਼ਲ ਲਾਤਾ ਔਰ ਇਹਨਾਂ ਦੇ ਉੱਪਰ ਦੇਸ਼ ਦਰੋਹ ਦਾ ਜਿਹੜਾ ਹੈ ਚਾਰਜ ਲਗਾਇਆ ਗਿਆ। ਔਰ ਦੇਸ਼ ਦਰੋਹ ਦਾ ਜਿਹੜਾ ਚਾਰਜ ਲਗਾਇਆ ਗਿਆ, ਉਹਦੀ ਪੈਰਵੀ ਜਿਹੜੀ ਹੈ, ਉਹਦੀ ਸੁਣਵਾਈ ਹੈ, ਲਾਲ ਕਿਲ੍ਹਾ ਨਿਸ਼ਚਿਤ ਕੀਤਾ। ਇਤਿਹਾਸ ਦੇ ਵਿੱਚ ਪਹਿਲਾ ਔਰ ਆਖਰੀ ਉਦਾਹਰਨ ਹੈ ਇੱਦਾਂ ਦਾ। ਮੇਰਾ ਕਹਿਣ ਦਾ ਮਤਲਬ ਹੈ ਕਿ ਲక్ష్ਮੀ ਬਾਈ ਤੋਂ ਲక్ష్ਮੀ ਸਹਿਗਲ, ਲక్ష్ਮੀ ਸਵਾਮੀਨਾਥਨ ਤੋਂ ਲక్ష్ਮੀ ਸਹਿਗਲ ਜਿਹੜੇ ਬਣੇ ਨੇ, ਉਹ ਪ੍ਰੇਮ ਕੁਮਾਰ ਸਹਿਗਲ ਜੀ ਦੀ ਮੈਰਿਜ ਤੋਂ ਬਾਅਦ ਬਣੇ ਨੇ। ਔਰ ਪ੍ਰੇਮ ਕੁਮਾਰ ਸਹਿਗਲ ਜੀ ਆਪ ਵੀ ਸੁਭਾਸ਼ ਚੰਦਰ ਬੋਸ ਜੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ IN ਜੁਆਇਨ ਕੀਤੀ, ਗੁਰਬਖਸ਼ ਢਿੱਲੋਂ ਨਾਲ ਤੇ ਸ਼ਾਹ ਨਵਾਜ਼ ਦੇ ਨਾਲ। ਔਰ ਉਸ ਦੇ IN ਨੇ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁਬਾਰਾ ਰੋਲ ਅਦਾ ਕੀਤਾ ਕਿ ਉਹਨਾਂ ਦੀ ਮੈਰਿਡ ਲਾਈਫ ਦੇ ਵਿੱਚ ਵੀ IN ਦਾ ਰੋਲ ਹੈ। ਇਸੇ ਕਰਕੇ ਉਹ ਲక్ష్ਮੀ ਸਹਿਗਲ ਬਣੇ। ਔਰ ਜੇ ਮੈਨੂੰ ਲੱਗਦਾ ਕਿ ਜੇ ਠੀਕ ਹੈ
ਲక్ష్ਮੀ ਪ੍ਰੇਮ ਕੁਮਾਰ ਸਹਿਗਲ ਜੀ ਦਾ ਜਿਸ ਧਰਤੀ ਤੇ ਅੱਜ ਬੈਠੇ ਗੱਲ ਕਰ ਰਹੇ ਹਾਂ, ਜਲੰਧਰ ਦੇ ਨਾਲ ਉਹਨਾਂ ਦਾ ਜਿਹੜਾ ਜੁੜਾਵ ਰਿਹਾ ਹੈਗਾ। ਉਹ ਜਲੰਧਰ ਦੇ ਵਿੱਚ ਅੱਜ ਵੀ ਇੱਕ ਕੋਠੀ ਅਵੇਲੇਬਲ ਹੈ ਜਿਹਦਾ ਨਾਮ ਪ੍ਰੇਮ ਵਿਲਾ ਹੈ, ਤੇ ਲక్ష్ਮੀ ਸਹਿਗਲ ਬਣੇ ਉਹਦੇ ਵਿੱਚ ਵੀ INA ਦਾ ਬੜਾ ਵੱਡਾ ਰੋਲ ਹੈ। ਸੋ ਇੱਕ ਬੰਗਾਲ ਦੀ ਧਰਤੀ ਤੋਂ ਨੇਤਾ ਜੀ ਸੁਭਾਸ਼ ਚੰਦਰ ਬੋਸ, ਦਕਸ਼ਿਣ ਭਾਰਤ ਦੀ ਧਰਤੀ ਤੋਂ ਲక్ష్ਮੀ ਸਹਿਗਲ, ਕਿਉਂਕਿ ਸਹਿਗਲ ਬਣੇ ਸ਼ਾਦੀ ਤੋਂ ਬਾਅਦ, ਤੇ ਸਹਿਗਲ ਸਾਹਿਬ ਪ੍ਰੇਮ ਕੁਮਾਰ ਸਹਿਗਲ ਪੰਜਾਬ ਦੀ ਧਰਤੀ ਤੋਂ ਜੀ। ਸੋ ਇਹ ਤਿੰਨਾਂ ਦੀ ਇੱਕ ਤਿਗੜੀ ਬਣੀ ਹੈ। ਫਿਰ ਸੀਨ ਤੋਂ, ਕਿਉਂਕਿ ਮੈਂ ਬਰੀਫਿੰਗ ਚਾਹਾਂਗਾ ਹੁਣ, ਸੀਨ ਤੋਂ, ਫਿਲਮ ਦੇ ਸੀਨ ਤੋਂ ਨੇਤਾ ਜੀ ਸੁਭਾਸ਼ ਚੰਦਰ ਚਲੇ ਜਾਂਦੇ ਨੇ ਪਰਦੇ ਤੋਂ, ਅਸੀਂ ਉਹ ਡਿਟੇਲ 'ਚ ਨਹੀਂ ਜਾ ਸਕਦੇ, ਉਹ ਚਲੇ ਗਏ ਪਰਦੇ ਤੋਂ। ਹੁਣ ਜਦ ਉਹ ਸੁਭਾਸ਼ ਚੰਦਰ ਬੋਸ ਜੀ ਦੇ ਜਾਣ ਤੋਂ ਬਾਅਦ, ਉਸ ਤੋਂ ਪਹਿਲਾਂ ਹੀ ਜਦ ਬਰਮਾ 'ਚ ਅਰੈਸਟ ਹੋਏ, ਉਹਦੇ ਬਾਅਦ 46 ਦੇ ਵਿੱਚ ਲਗਭਗ ਐਂਡ ਦੇ ਵਿੱਚ ਇਹਨਾਂ ਨੂੰ 6-8 ਮਹੀਨੇ ਦੀ ਕੈਦ ਤੋਂ ਬਾਅਦ ਹਿੰਦੁਸਤਾਨ ਭੇਜ ਦਿੱਤਾ ਜਾਂਦਾ ਹੈ। ਔਰ ਇਹਦੇ ਵਿੱਚ 47 ਦੇ ਵਿੱਚ ਪ੍ਰੇਮ ਕੁਮਾਰ ਸਹਿਗਲ ਜੀ ਦੇ ਨਾਲ ਸ਼ਾਦੀ ਦੇ ਬੰਧਨ ਵਿੱਚ ਬੰਨ੍ਹਦੇ ਨੇ, ਔਰ ਉਹਦੇ ਬਾਅਦ ਫਿਰ ਕਾਨਪੁਰ ਜਾ ਕੇ ਸੈਟਲ ਹੋ ਜਾਂਦੇ ਨੇ। ਔਰ ਜਿਹੜਾ ਇਹਨਾਂ ਦਾ ਬੇਸਿਕ ਟ੍ਰੇਨਿੰਗ ਸੀਗੀ ਕਿੱਤਾ ਬਤੌਰ ਡਾਕਟਰੀ, ਉਹ ਅਪਣਾ ਲੈਂਦੇ ਨੇ, ਔਰ ਕਾਨਪੁਰ ਵਿੱਚ ਹੀ ਆਖਰੀ ਦਿਨ ਤੱਕ ਰਹੇ ਔਰ ਡਾਕਟਰੀ ਦੀ ਉੱਥੇ ਪ੍ਰੈਕਟਿਸ ਕੀਤੀ। ਔਰ ਉੱਥੇ ਡਾਕਟਰੀ ਦਾ ਇੱਕੋ ਹੀ ਪਰਪਸ ਸੀਗਾ, ਬਹੁਤ ਘੱਟ ਪੈਸੇ ਦੇ ਵਿੱਚ ਬਹੁਤ ਹੀ ਸਧਾਰਨ ਲੋਕਾਂ ਦਾ ਇਲਾਜ ਕਰਨਾ, ਸਾਰੀ ਉਮਰ ਕੀਤਾ। ਔਰ ਦੇਸ਼ ਆਜ਼ਾਦ ਹੁੰਦਾ 47 ਦੇ ਵਿੱਚ, ਦੇਸ਼ 47 ਦੇ ਵਿੱਚ ਆਜ਼ਾਦ ਹੋਣ ਤੋਂ ਬਾਅਦ ਜੋ ਇਹਨਾਂ ਦੀ ਕੰਟਰੀਬਿਊਸ਼ਨ ਸੀ, ਬਹੁਤ ਸਾਰੀ ਪੋਲੀਟੀਕਲ ਪਾਰਟੀਆਂ ਨੇ ਇਹਨਾਂ ਤੇ ਅੱਖ ਰੱਖੀ, ਬਹੁਤ ਸਾਰੀ ਪੋਲੀਟੀਕਲ ਪਾਰਟੀਆਂ ਨੇ ਇਹਨਾਂ ਨੂੰ ਐਕਟਿਵ ਪੋਲੀਟੀਕਲ ਲਾਈਫ ਦੇ ਵਿੱਚ ਲਿਆਉਣ ਦੀ ਬਹੁਤ ਕੋਸ਼ਿਸ਼ ਕੀਤੀ, ਲੇਕਿਨ ਇਹ ਐਕਟਿਵ ਡਾਇਰੈਕਟ ਤਾਂ ਨਹੀਂ ਰਹੇ, ਲੇਕਿਨ राज्य सभा का मैंबर बने, पैसिव रहे, लेकिन अदरवाइज सोशल कह सकते हैं, पोलिटिकली तो ना सी लेकिन सोशली बड़े एक्टिव रहे और राज्य सभा का मैंबर बतौर वजों देश की सेवा की है। उस तो बाद देश के जद कितने वड्डे प्रॉब्लम्स आईयां वो हमेशा अपनी प्रेजेंस रजिस्टर कराई है। भोपाल गैस ट्रैजेडी हुई, उत्थे जाके भोपाल गैस ट्रैजेडी विक्टिम का इलाज किया। कानपुर दे विच कोई सिख राइट्स होए, उत्थे जाके इलाज किया। जिथे किते लोड़ पई फ्रंट रोल दे विच रह के और देश दे जिहड़े सपने सी आज़ादी उन्होंने पूर्ति करने वास्ते अपना एक नवे किस्म का योगदान लगातार जारी रखे। मतलब जदों स्क्रीन तो परदे तो सुभाष चंद्र बोस जी चले गए जी, उस तो बाद भी ये उन्हां दे नक्शे कदम ते चलदे होए हमेशा आखिरी दम तक लड़ते रहे, वही आज़ाद हिंद फौज का सुपना लैके सोशल लाइफ दे विच। सो बड़ी खुशी हुई सानू ये सब जान के, और सानू अज ऐसे ही लोगों की लोड़ है जो देश वास्ते काम कर सकन, समाज वास्ते काम कर सकन। तुहाडा बहुत बहुत शुक्रिया कि तुसी ये कहानी सुनाई, ये संस्कार साडे विच भरे ने, साडे दर्शकों दे विच नन्हे मुन्ने दर्शक जो देख रहे हैं उन्हां विच ये भरे ने। सो तुहाडा शुक्रिया, तुहाडा सारिआं दा शुक्रिया। ते जांदे जांदे ना एक बड़ा खूबसूरत देशभक्ति का गीत तुहाडी नज़र करते हाँ, जरूर देखो ये गीत। दुनिया भर विच चर्चे ने भारत दे झंडे दे, हो दुनिया भर विच चर्चे ने भारत दे झंडे दे। देन सुनेहा साल दा एह रंग तिरंगे दे, देन सुनेहा साल दा एह रंग तिरंगे दे। विच हवा लहरांदा है जद डाडा सोहना लगदा है, इस दी चिट्टे हरे रंग दा मेल बड़ा ही फबदा है, मेल बड़ा ही फबदा है। विच हवा लहरांदा है जदों डाडा सोहना लगदा है, इस दी चिट्टे हरे रंग दा मेल बड़ा ही फबदा है। रंग फिक्के नहीं पै सकदे कुर्बानी रंगे दे, कुर्बानी रंगे दे, रंग फिक्के नहीं पै सकदे कुर्बानी रंगे दे। देन सुनेहा साल दा एह रंग तिरंगे दे, देन सुनेहा साल दा एह रंग तिरंगे दे। निसा सा सा निसा सा सा रे ग रे सा निसा सा सा पा नि सा निसा सा सा निसा सा सा रे ग रे सा प प ग म रे ग सा रे निसा। केसरी रंग बसंती चोला हरा देवे हरियाली, रंग सफेदी अमन सिखावे वंडदा है खुशहाली। हो केसरी रंग बसंती चोला हरा देवे ए हरियाली, रंग सफेदी अमन सिखावे वंडदा है खुशहाली, वंडदा है खुशहाली। सजदे विच ने सीसे चुकदे हर एक बंदे दे, हर एक बंदे दे। सजदे विच ए सीस ने चुकदे हर एक बंदे